ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਾਨ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਹੋਈ ਗਏ, ਜੋ ਕਿ ਸਮਾਂ ਹੋਇਆ ਹੈ ਗੁਰੂ ਘਰ ਦੀ ਵਿਚਾਰ ਦੇ ਨਾਲ ਜੁੜਨ ਦਾ। ਸੋ ਆਓ ਗੁਰ ਸੰਗਤ ਜੀ, ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤਿਨਾਂ ਦਾ ਸ਼ਹੀਦੀ ਪ੍ਰਸੰਗ ਆਪਾਂ ਸਰਵਣ ਕਰੀਏ। ਇਹ ਸ਼ਹੀਦੀ ਪ੍ਰਸੰਗ ਕੌਮ ਦੇ ਮਹਾਨ ਵਿਦਵਾਨ ਸਨਮਾਨਯੋਗ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੀ ਲਿਖਤ ਹੈ, ਤੇ ਜਿਸ ਲਿਖਤ ਵਿੱਚ ਅਸੀਂ ਇਹ ਪ੍ਰਸੰਗ ਲਿਆ ਗਏ ਉਸ ਲਿਖਤ ਦਾ ਨਾਮ ਹੈ ਨਵੀਨ ਪੰਥ ਪ੍ਰਕਾਸ਼। ਗਿਆਨੀ ਗਿਆਨ ਸਿੰਘ ਨੇ ਇਹ ਜੰਗ ਜਿਸ ਢੰਗ ਨਾਲ ਲਿਖਿਆ, ਖਿਆਲ ਕਰੋ ਉਸ ਢੰਗ ਦੇ ਨਾਲ ਕੋਈ ਹੋਰ ਦੂਜਾ ਵਿਦਵਾਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦੀ ਦੇ ਪ੍ਰਸੰਗ ਨੂੰ ਲਿਖ ਨਹੀਂ ਸਕਿਆ। ਲਿਖੀ ਤਾਂ ਬਹੁਤ ਵਿਦਵਾਨਾਂ ਨੇ, ਸਾਡੇ ਕੋਲ ਜ਼ਿਆਦਾ ਨਹੀਂ ਤੇ 20 ਤੋਂ ਲੈ ਕੇ 25 ਤੱਕ ਐਸੇ ਵਿਦਵਾਨ ਨੇ ਜਿਨ੍ਹਾਂ ਦੀਆਂ ਲਿਖਤਾਂ ਸਾਂਭੀਆਂ ਪਈਆਂ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ। ਤੇ ਇਹਨਾਂ ਸਭਨਾਂ ਲਿਖਤਾਂ ਦੇ ਵਿੱਚੋਂ ਇੱਕਾ ਦੁੱਕਾ ਲਿਖਤਾਂ ਨੂੰ ਛੱਡ ਕੇ ਬਾਕੀ ਸਭ ਲਿਖਤਾਂ ਵਿੱਚ ਇਹ ਜ਼ਿਕਰ ਆਇਆ ਕਿ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਤਲੀ ਤੇ ਰੱਖ ਕੇ ਤੁਰੇ। ਇੱਕ ਦੋ ਨੂੰ ਛੱਡ ਕੇ ਬਾਕੀ ਸਭਨਾਂ ਨੇ ਇਹ ਲਿਖਿਆ। ਸੋ ਖੈਰ ਕੱਲ ਦੇ ਦੀਵਾਨ ਅੰਦਰ ਆਪਾਂ ਸਰਵਣ ਕਰ ਰਹੇ ਸਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਬੜੇ ਪਿਆਰੇ ਸਿੱਖ ਸਨਮਾਨਯੋਗ ਭਾਈ ਦਿਆਲ ਸਿੰਘ ਜੀ, ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਲੜਦੇ ਪਏ ਸਨ। ਗੁਰਸੰਗਤ ਜੀ ਉਹਨਾਂ ਨੇ ਦੁਸ਼ਮਣ ਦਲ ਦੇ ਇੱਕ ਜਰਨੈਲ ਜਿਹੜਾ ਹਾਥੀ ਤੇ ਬੈਠਾ ਹੋਇਆ ਸਿੱਖਾਂ ਤੇ ਵਾਰ ਕਰਦਾ ਸੀ, ਉਹਦੇ ਸਾਹਮਣੇ ਆਪਣਾ ਘੋੜਾ ਖੜਿਆ। ਹਾਥੀ ਨੇ ਆਪਣੇ ਘੋੜੇ ਨੇ ਆਪਣੇ ਪੌੜ ਹਾਥੀ ਦੇ ਮਸਤਕ ਤੇ ਰੱਖੇ। ਭਾਈ ਦਿਆਲ ਸਿੰਘ ਜੀ ਨੇ ਆਪਣੀ ਤੇਗ ਚਲਾਈ ਤੇ ਜਿਹੜਾ ਦੁਸ਼ਮਣ ਹਾਥੀ ਦੇ ਅੰਬਾਰੀ ਵਿੱਚ ਬੈਠਾ ਸੀ ਉਹਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੱਤਾ। ਕੱਲ ਆਪਾਂ ਸਰਵਣ ਕਰ ਰਹੇ ਸਾਂ ਅਜੂਬ ਖਾਂ ਖੂਬ ਦੇਖ ਦਿਆਲ ਸਿੰਘ ਕੀ ਬਹਾਦਰੀ। ਜਦੋਂ ਯਕੂਬ ਖਾਂ ਮਾਰਿਆ ਗਿਆ ਨਾ ਤੇ ਇਸ ਨੂੰ ਮਰਦੇ ਹੋਏ ਨੂੰ ਵੇਖਦਾ ਪਿਆ ਸੀ ਅਜੂਬ ਖਾਂ। ਉਹਨੇ ਭਾਈ ਸਾਹਿਬ ਭਾਈ ਦਿਆਲ ਸਿੰਘ ਦੀ ਬਹਾਦਰੀ ਨੂੰ ਵੇਖਿਆ। ਲਰੇ ਵਢਾਏ ਪਾਏ ਸੋ ਲਗਾਏ ਜੋਰ ਨਾਦਰੀ। ਗੁਰਸੰਗਤ ਜੀ ਆਪਣਾ ਸਾਰਾ ਜ਼ੋਰ ਲਾ ਕੇ ਨਾ ਹੁਣ ਦੁਸ਼ਮਣ ਦਲ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਸਾਥੀਆਂ ਦਾ ਅੱਗਾ ਰੋਕਣਾ ਚਾਹੁੰਦੇ ਆ, ਮਤਲਬ ਅੱਗੋਂ ਲੜਦੇ ਪਏ ਆ। ਫਿਰ ਅੱਗੇ ਕਵੀ ਜੀ ਲਿਖਦੇ ਅਮਾਨ ਖਾਂ ਯਕੂਬ ਖਾਂ ਐ ਸਰਦਾਰ ਔਰ ਥੇ ਕਿ ਗੁਰਸੰਗਤ ਜੀ ਉਸ ਵਕਤ ਲਾਹੌਰ ਦੀ ਧਰਤੀ ਤੋਂ ਤਬੇ ਪਠਾਨ ਗੌਰ ਆ ਗਏ ਲਾਹੌਰ ਤੇ ਉਸ ਵੇਲੇ ਲਾਹੌਰ ਦੀ ਧਰਤੀ ਤੋਂ ਹੋਰ ਫੌਜਾਂ ਆ ਗਈਆਂ। ਅਮਾਨ ਖਾਂ ਯਕੂਬ ਖਾਂ ਐ ਸਰਦਾਰ ਔਰ ਤੇ ਅਮਾਨ ਖਾਂ ਤੇ ਯਕੂਬ ਖਾਂ ਇਹਨਾਂ ਦੀ ਅਗਵਾਈ ਵਿੱਚ ਲਾਹੌਰ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਰੋਕਣ ਵਾਸਤੇ ਫੌਜ ਹੋਰ ਆ ਗਈ ਹੈ। ਇੱਥੋਂ ਤੱਕ ਵਿਚਾਰ ਆਪਾਂ ਸਭਨਾਂ ਨੇ ਕੱਲ ਸਰਵਣ ਕੀਤੀ ਸੀ। ਇਸ ਤੋਂ ਅਗਲੇਰੇ ਕੀ ਹੋਇਆ, ਆਓ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਸਾਡੇ ਵੱਡੇ ਭਾਗ ਨੇ ਕਿ ਇਸ ਮਨੁੱਖੀ ਜਾਮੇ ਵਿੱਚ ਵਿਚਰਦਿਆਂ ਹੋਇਆਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਥਾ ਥੋੜਾ ਜਿਹਾ ਵਿਸਥਾਰ ਨਾਲ ਸੁਣਨ ਦਾ ਸਾਨੂੰ ਸਬਬ ਬਣਦਾ ਪਿਆ
ਤੇ ਇਹ ਵੀ ਗੁਰ ਸੰਗਤ ਦੀ ਕਰਮਾਂ ਦੀ ਗੱਲ ਆ। ਏਡਾ ਵੱਡਾ ਸੰਸਾਰ ਭਰਿਆ ਪਏ ਤੇ ਏਡੇ ਸੰਸਾਰ ਤੋਂ ਆਪਾਂ ਨੂੰ ਬਾਬਾ ਜੀ ਨੇ ਆਪਣੇ ਗੋਦ 'ਚ ਬਿਠਾਏ ਤੇ ਕਹਿ ਦਿੱਤਾ ਵੀ ਆਓ ਤੁਸੀਂ ਰਲ ਮਿਲ ਕੇ ਮੇਰੀ ਕਥਾ ਜਿਹੜੀ ਆ ਉਹ ਕਰੋ। ਆਓ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਨਮਸਕਾਰ ਕਰੋ, ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੋ, ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਤੇ ਸੀਸ ਝੁਕਾਓ ਤੇ ਗੁਰ ਸੰਗਤ ਦੀ ਬੜੇ ਅਦਬ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਜ਼ਰੂਰ ਜੰਗ ਮਚਿਓ ਜ਼ਰੂਰ ਸੂਰ ਮੈਂ ਕਰੇ। ਹੁਣ ਭਾਈ ਸਾਹਿਬ ਭਾਈ ਗਿਆਨ ਸਿੰਘ ਦੀ ਲਿਖਦੇ ਗਾਨ, ਉਹ ਕਹਿੰਦੇ ਕਰੂਰ ਜੰਗ ਮਚਿਓ ਕਿ ਗੁਰਸੰਗਤ ਜੀ ਗੋਲਵਾੜ ਦੇ ਮੈਦਾਨ ਦੇ ਅੰਦਰ ਇੱਕ ਬਹੁਤ ਭਿਆਨਕ ਯੁੱਧ ਜਿਹੜਾ ਉਹ ਮਚਿਆ ਹੋਇਆ ਹੈ। ਐਸਾ ਭਿਆਨਕ ਯੁੱਧ ਕੱਲ ਵੀ ਅਸੀਂ ਬੇਨਤੀ ਕੀਤੀ ਜਿਹਨੂੰ ਸਾਡੇ ਵਰਗਾ ਬੰਦਾ ਤੇ ਆਪਣੇ ਨੇਤਰਾਂ ਦੇ ਨਾਲ ਵੇਖ ਵੀ ਨਾ ਸਕੇ। ਜਿੰਨੇ ਕੋ ਸਾਡੇ ਦਿਲ ਰਹਿ ਗਏ ਆ ਨਾ ਨਿੱਕੇ ਨਿੱਕੇ, ਚਿੜੀ ਉੱਡੀ ਤੇ ਗਮੰਡਰ ਜਾ ਕੇ ਮੁਗਲੋਂ ਸੇ ਕੈਸੇ ਲੜ ਪਾਗੇ, ਏਡਾ ਕੋ ਸਾਡਾ ਦਿਲ ਰਹਿ ਗਿਆ ਵੀ ਜੇ ਕਿਤੇ ਜ਼ੋਰ ਨਾਲ ਪੰਛੀ ਵੀ ਆਪਣੇ ਖੰਭ ਫੜਫੜਾ ਦੇ ਤੇ ਸਾਡੀ ਧੜਕਣ ਵੱਧ ਜਾਂਦੀ ਹੈ। ਐਸਾ ਬੰਦਾ ਤੇ ਉਹ ਜੱਗ ਵੇਖ ਵੀ ਨਾ ਸਕੇ। ਗਿਆਨੀ ਜੀ ਲਿਖਦੇ ਗਨ ਕਿ ਗੁਰ ਸੰਗਤ ਦੀ ਕਰੂਰ ਜੰਗ ਮਚਿਓ, ਬੜਾ ਭਿਆਨਕ ਯੁੱਧ ਜਿਹੜਾ ਕਿ ਸਿਖਰ ਦਾ ਯੁੱਧ ਮਚਿਆ ਹੋਇਆ ਹੈ। ਜ਼ਰੂਰ ਸੂਰਮੇ ਅਰੇ ਤੇ ਵਾਹਿਗੁਰੂ ਜੀ ਸੂਰਮੇ ਜਿਹੜੇ ਆ ਨਾ ਉਹ ਇੱਕ ਦੂਜੇ ਦੇ ਸਾਹਮਣੇ ਅੜੇ ਹੋਏ ਆ। ਯੋਧੇ ਇੱਕ ਦੂਜੇ ਦੇ ਸਾਹਮਣੇ ਛਾਤੀਆਂ ਢਾ ਕੇ ਖਲੋਤੇ ਤੇ ਸੂਰਮੇ ਬੜੇ ਕੀ ਬਹਾਦਰੀ ਦੇ ਨਾਲ ਅੜੇ ਹੋਏ ਹਨ। ਇਹਨਾਂ ਪਠਾਨਾਂ ਦੇ ਅੰਦਰ ਜਿਹੜਾ ਬਹੁਤ ਵੱਡਾ ਹੰਕਾਰ ਸੀ ਨਾ ਗੁਰ ਸੰਗਤ ਜੀ, ਜਿਹੜੇ ਇਹ ਸੋਚਦੇ ਸਨ ਕਿ ਅਸੀਂ ਜੰਗਾਂ ਦੇ ਜੇਤੂ, ਅਸੀਂ ਤੇ ਮਰਹੱਟੇ ਹਰਾ ਛੱਡੇ, ਦੂਜਿਆਂ ਨੂੰ ਹਰਾ ਦਿੱਤਾ ਹੈ, ਇਸ ਹੰਕਾਰ ਦੇ ਨਾਲ ਭਰ ਕੇ ਆਏ ਸਨ। ਪਰ ਗਿਆਨੀ ਜੀ ਲਿਖਦੇ ਸਿੰਘਾਨ ਨੇ ਪਠਾਨ ਕੇ ਗੁਰੂਰ ਦੂਰ ਤੇ ਕਰੇ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਅੰਦਰ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੰਘਾਂ ਨੇ ਇਹਨਾਂ ਪਠਾਨਾਂ ਦੇ ਇਸ ਗੁਰੂਰ ਨੂੰ ਮਲੀਆ ਮੇਟ ਕਰ ਦਿੱਤਾ ਗਏ। ਇਹਨਾਂ ਪਠਾਨਾਂ ਦੇ ਇਸ ਗੁਰੂਰ ਨੂੰ ਸਦੀਵ ਕਾਲ ਖਤਮ ਕਰ ਦਿੱਤਾ ਗਿਆ ਜੀ। ਗੁਰ ਸੰਗਤ ਦੀ ਉਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦੀ ਕਟਾ ਵੱਢ ਹੋਈ ਹੈ। ਇੰਨੀ ਜ਼ਿਆਦੀ ਕਟਾ ਵੱਢ ਹੋਈ ਕਿ ਸਮਝ ਨਹੀਂ ਲੱਗਦੀ ਕਿਸੇ ਦਾ ਕਿਹੜਾ ਅੰਗ ਵੱਢਿਆ ਗਿਆ। ਕਿਸੇ ਦੀ ਉਂਗਲ ਵੱਢੀ ਗਈ, ਕਿਸੇ ਦੀ ਬਾਹ ਵੱਢੀ ਗਈ, ਕਿਰਪਾਨ ਵੱਜੀ, ਕਿਸੇ ਦਾ ਕੰਨ ਵੱਢਿਆ ਗਿਆ। ਇਸ ਕਰਕੇ ਕਵੀ ਜੀ ਲਿਖਦੇ ਕਟਾ ਸੋ ਕੋਟ ਤੁੱਛ ਮੁੱਛ ਹੱਥ ਵੱਥ ਖਵੇ ਪਰੇ, ਕਿ ਗੁਰ ਸੰਗਤ ਦੀ ਬਹੁਤ ਜ਼ਿਆਦੀਆਂ ਕਟਾ ਵੱਢ ਹੋਈ ਤੇ ਇਥੋਂ ਤੱਕ ਵੀ ਦੋਨਾਂ ਪਾਸਿਆਂ ਦੇ ਸੂਰਮੇ ਜਿਹੜੇ ਆ ਉਹ ਵਿੱਚੋਂ ਕਈ ਥਾਈਂ ਹੱਥੋਂ ਪਾਈ ਵੀ ਹੋ ਪੈਂਦੇ ਆ। ਹੱਥੋਂ ਪਾਈ ਦਾ ਅਰਥ ਆਪਾਂ ਜਾਣਦੇ ਕਿ ਗੁਰ ਸੰਗਤ ਦੀ ਦੋਵਾਂ ਪਾਸਿਆਂ ਦੇ ਸੂਰਮੇ ਹੱਥੋਂ ਪਾਈ ਵੀ ਹੁੰਦੇ ਪਏ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ ਇੰਨੀ ਬਹਾਦਰੀ ਨਾਲ ਲੜਦੇ ਪਏ ਆ ਕਿ ਇਹਨਾਂ ਦੁਸ਼ਮਣ ਦੇ ਸਿਪਾਹੀਆਂ ਦੀਆਂ ਲਾਸ਼ਾਂ ਤੇ ਲਾਸ਼ਾਂ ਜੜਾ ਦਿੱਤੀਆਂ, ਲੋਥਾਂ ਤੇ ਲੋਥਾਂ ਜੜਾ ਦਿੱਤੀਆਂ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਏਦਾਂ ਲਾਸ਼ਾਂ ਤੇ ਲਾਸ਼ਾਂ ਟਿਕੀਆਂ ਪਈਆਂ ਨੇ ਜਿਵੇਂ ਕਿਸੇ ਕਾਰੀਗਰ ਨੇ ਨਾ ਲਾਸ਼ਾਂ ਤੇ ਲਾਸ਼ਾਂ ਰੱਖ ਕੇ ਤੇ ਕੰਧ ਚਿਣ ਦਿੱਤੀ ਹੋਵੇ, ਏਦਾਂ ਢੇਰ ਲਾ ਕੇ ਰੱਖ ਦਿੰਦੇ। ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਗੁਰ ਸੰਗਤ ਜੀ ਦੁਸ਼ਮਣ ਦੇ ਸਿਪਾਹੀਆਂ ਦੀਆਂ ਲੋਥਾਂ ਤੇ ਲੋਥਾਂ ਚੜਾ ਦਿੱਤੀਆਂ ਨੇ। ਦੁਸ਼ਮਣ ਨੂੰ ਵੱਢ ਕੇ ਉਹਨਾਂ ਦੇ ਢੇਰ ਲਾ ਦਿੱਤੇ ਹਨ। ਗੁਰ ਸੰਗਤ ਜੀ ਉਸ ਜਗ੍ਹਾ ਤੇ ਨਾ ਧਰਤੀ ਦੇ ਉੱਪਰ ਭਾਈ ਸਾਹਿਬ ਨੇ ਸ਼ਬਦ ਵਰਤਿਆ ਭੁਜਾਂ। ਕਿਸੇ ਜਗ੍ਹਾ ਤੇ ਬਾਂਹ ਡਿੱਗੀ ਪਈ, ਕਿਸੇ ਦੀ ਭੁਜਾ ਮਤਲਬ ਬਾਹਾਂ ਵੱਡੀਆਂ ਗਈਆਂ ਤੇ ਕਿਸੇ ਜਗ੍ਹਾ ਤੇ ਬਾਂਹ ਡਿੱਗੀ ਪਈ ਹੈ। ਸਕੰਦ ਕਿਸੇ ਜਗ੍ਹਾ ਤੇ ਕਿਸੇ ਦਾ ਮੋਢਾ ਡਿੱਗਾ ਪਿਆ, ਇਥੋਂ ਮੋਢੇ ਤੋਂ ਵੱਡੀ ਗਈ ਬਾਂਹ। ਅੱਗੇ ਕਹਿੰਦੇ ਮੂੜ, ਕਿਸੇ ਜਗ੍ਹਾ ਤੇ ਕਿਸੇ ਦਾ ਸਿਰ ਲੈ ਗਿਆ ਧੜ ਦੇ ਉੱਪਰੋਂ ਤੇ ਉਹਦਾ ਸਿਰ ਡਿੱਗਾ ਪਿਆ ਧਰਤੀ ਤੇ। ਅੱਗੇ ਕਹਿੰਦੇ ਜੰਗ ਨਾਮ ਅੱਗੇ ਗੁਰਸੰਗਤ ਜੀ ਲੱਤਾਂ ਦਾ, ਕਹਿੰਦੇ ਕਿਸੇ ਦੀਆਂ ਲੱਤਾਂ ਵੱਡੀਆਂ ਗਈਆਂ ਤੇ ਉਹ ਧਰਤੀ ਤੇ ਖਿਲ ਰਹੀਆਂ ਪਈਆਂ। ਆਪ ਜਿੰਨੀ ਸੰਗਤ ਹਾਜ਼ਰੀ ਭਰ ਰਹੇ ਹੋ, ਕੱਲ ਭਾਵੇਂ ਅਸੀਂ ਕਿਹਾ ਸੀ ਬਹੁਤ ਸੰਗਤ ਹੁੰਦੀ, ਪਰ ਗੁਰੂ ਆਪ ਸਮਾਦ ਦਿੰਦਾ ਏ
ਬਹੁਤ ਦੀ ਆਪਾਂ ਨੂੰ ਲੋੜ ਨਹੀਂ, ਤੁਸੀਂ ਜਿੰਨੇ ਬੈਠੇ ਹੋ ਨਾ ਬਸ ਇਹਨੇ ਮਹਿਸੂਸ ਕਰੋ ਵੀ ਉਹ ਜੰਗ ਕਿੱਦਾਂ ਦਾ ਹੋਵੇਗਾ। ਆਪਣੇ ਅੰਦਰ ਦ੍ਰਿਸ਼ ਬਣਾਓ, ਥੋੜਾ ਜਿਹਾ ਝਾਤ ਮਾਰੋ। ਭਾਈ ਸਾਹਿਬ ਜੀ ਲਿਖਦੇ ਨੇ ਕਿਸੇ ਜਗ੍ਹਾ ਤੇ ਬਾਂਹ ਪਈ ਆ, ਕਿਸੇ ਤੇ ਮੋਢਾ ਪਿਆ, ਕਿਸੇ ਤੇ ਮੂੰਹ, ਕਿਸੇ ਜਗ੍ਹਾ ਤੇ ਕਿਸੇ ਦੀ ਵੱਡੀ ਕੋਈ ਲੱਤ ਡਿੱਗੀ ਪਈ ਆ। ਅੱਗੇ ਕਹਿੰਦੇ ਪੈਰ ਖਾਤ ਸੱਥ ਲਏ। ਗੁਰ ਸੰਗਤ ਜੀ ਕਿਸੇ ਜਗ੍ਹਾ ਤੇ ਕਿਸੇ ਦਾ ਵੱਡਿਆ ਹੋਇਆ ਪੈਰ ਡਿੱਗਾ ਪਿਆ ਹੈ ਤੇ ਕਿਸੇ ਜਗ੍ਹਾ ਤੇ ਕਿਸੇ ਦਾ ਵੱਡਿਆ ਹੋਇਆ ਖੱਤ ਡਿੱਗਾ ਪਿਆ ਹੈ ਜੀ। ਗੁਰ ਸੰਗਤ ਦੀ ਮੁੱਖ ਦੀ ਗੱਲ ਇਹ ਗਏ ਕਿ ਧਰਤੀ ਜਿਹੜੀ ਗਏ ਇਹ ਸੂਰਮਿਆਂ ਦੇ ਮਾਸ ਨਾਲ, ਸੂਰਮਿਆਂ ਦੇ ਸਰੀਰ ਨਾਲ ਤੇ ਸਰੀਰ ਵਿੱਚੋਂ ਨਿਕਲ ਕੇ ਮਿੱਝ ਦੇ ਨਾਲ ਉਹ ਧਰਤੀ ਜਿਹੜੀ ਆ ਨਾ ਗੋਲਵਾੜ ਦਾ ਮੈਦਾਨ ਭਰਿਆ ਪਿਆ, ਜਿੱਥੇ ਬਾਬਾ ਦੀਪ ਸਿੰਘ ਦੁਸ਼ਮਣ ਨਾਲ ਜੰਗ ਲੜਦਾ ਪਿਆ। ਸੂਰਮਿਆਂ ਦੇ ਸਰੀਰ ਤੋਂ ਮਾਸ ਨਿਕਲਦਾ, ਮਿੱਝ ਨਿਕਲਦੀ ਤੇ ਵੈਗੁਰੂ ਖੂਨ ਨਿਕਲਦਾ ਵਾ। ਇਹਨਾਂ ਚੀਜ਼ਾਂ ਦੇ ਨਾਲ ਧਰਤੀ ਜਿਹੜੀ ਗਏ ਗੁਰ ਸੰਗਤ ਦੀ ਉਹ ਨੱਕਾ ਨੱਕ ਭਰੀ ਹੋਈ ਗਏ ਦੀ। ਕਵੀ ਜੀ ਅੱਗੇ ਉਦਾਹਰਣ ਦਿੰਦੇ ਨੇ, ਕਹਿਣ ਲੱਗੇ ਏਦਾਂ ਧਰਤੀ ਲਾਲ ਰਤੀ ਹੋਈ ਪਈ ਆ ਵੀ ਜਿਵੇਂ ਫੱਗਣ ਦੇ ਮਹੀਨੇ ਚ ਹੋਲੀ ਖੇਡ ਕੇ ਲੋਕਾਂ ਨੇ ਰੰਗ ਡੋਲ ਕੇ ਕੀਤੀ ਹੋਵੇ। ਜਿਵੇਂ ਫੱਗਣ ਦੇ ਮੇਲੇ ਚ ਹੋਲੀ ਖੇਡੀ ਹੋਵੇ ਤੇ ਉਹ ਰੰਗ ਡਿੱਗਦਾ ਨਾ, ਹੋਲੀ ਖੇਡਣ ਲੱਗਿਆ ਧਰਤੀ ਲਾਲ ਹੋ ਜਾਂਦੀ ਹੈ। ਇਸੇ ਪ੍ਰਕਾਰ ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਖੂਨ ਵਗ ਕੇ ਧਰਤੀ ਜਿਹੜੀ ਕਿ ਉਹ ਲਾਲ ਹੋਈ ਪਈ ਹੈ। ਤੇ ਅਗਲੀ ਉਹਨਾਂ ਉਦਾਹਰਣ ਦਿੱਤੀ ਆ, ਕਹਿੰਦੇ ਨੇ ਝਰੇ ਮਗੀਰ ਕਿਸ ਕਹੇ। ਕਹਿਣ ਲੱਗੇ ਮੰਨ ਕੇ ਚੱਲੋ ਵੀ ਜਿਵੇਂ ਕਿਸੇ ਫਲਦਾਰ ਬੂਟੇ ਨੂੰ ਲਾਲ ਰੰਗ ਦੇ ਫੁੱਲ ਲੱਗੇ ਹੋਣ ਤੇ ਉਹ ਫੁੱਲ ਫਿਰ ਧਰਤੀ ਤੇ ਡਿੱਗ ਪਏ ਹੋਣ ਤੇ ਸਾਰੀ ਧਰਤੀ ਜਿਵੇਂ ਲਾਲ ਹੋ ਗਈ। ਕੇਸੂ ਦੇ ਫੁੱਲ, ਕਹਿੰਦੇ ਕੇਸੂ ਦੇ ਫੁੱਲ ਜਿਵੇਂ ਲਾਲ ਹੁੰਦੇ ਨੇ, ਇਸ ਪ੍ਰਕਾਰ ਧਰਤੀ ਦਾ ਰੰਗ ਲਾਲ ਹੋ ਗਿਆ ਗਏ ਜੀ। ਅਗਲਾ ਸ਼ਬਦ ਉਹਨਾਂ ਵਰਤਿਆ ਕਿਕਾਨ ਜਵਾਨ ਘਾਏ ਲਏ। ਕਿਕਾਨ ਘੋੜਾ, ਕਹਿੰਦੇ ਪਤਾ ਨਹੀਂ ਕਿੰਨੇ ਕੋ ਜ਼ਿਆਦੇ ਘੋੜੇ ਜ਼ਖਮੀ ਹੋ ਕੇ ਨਾ ਧਰਤੀ ਤੇ ਡਿੱਗੇ ਪਏ ਆ ਤੇ ਦੋਵਾਂ ਪਾਸਿਆਂ ਦੇ ਪਤਾ ਨਹੀਂ ਕਿੰਨੇ ਕੁ ਜ਼ਿਆਦੇ ਜਵਾਨ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਪਏ। ਉਦਾਹਰਣ ਦੇ ਕੇ ਕਹਿੰਦੇ ਨੇ ਕਿਕਾਨ ਜਵਾਨ ਘਾਇਲੇ ਲਟੇ ਅਧੀਰ ਚਿੰਸਕੇ। ਭਾਈ ਸਾਹਿਬ ਜੀ ਕਹਿੰਦੇ ਉਹ ਲਟੇ ਪਏ ਨੇ, ਧਰਤੀ ਤੇ ਡਿੱਗੇ ਪਏ ਆ ਤੇ ਜਿੰਨੇ ਗੁਰ ਸੰਗਤ ਜੀ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਪਏ ਉਹ ਚੀਕਾਂ ਮਾਰਦੇ ਪਏ। ਜੇ ਘੋੜਾ ਕੋਈ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ, ਕੋਈ ਗੈਰ ਸੱਟ ਲੱਗ ਗਈ ਤੇ ਇਹਦਾ ਮਤਲਬ ਇਹ ਤੇ ਨਹੀਂ ਵੀ ਉਹ ਰੋਂਦਾ ਨਹੀਂ ਹੋਵੇਗਾ, ਰੋਂਦਾ ਤੇ ਉਹ ਵੀ ਹੈ। ਤੇ ਗੁਰ ਸੰਗਤ ਜੀ ਜਿਹੜੇ ਸਿਪਾਹੀ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਪਏ ਉਹ ਵੀ ਚੀਕਾਂ ਮਾਰਦੇ ਪਏ। ਇੱਕ ਤਾਂ ਸਰੀਰ ਤੇ ਦਰਦ ਬੜਾ ਜ਼ਿਆਦਾ ਹੋ ਰਹੀ ਆ ਤੇ ਦੂਜਾ ਇਸ ਗੱਲ ਦਾ ਡਰ ਆ ਵੀ ਜੇ ਕੋਈ ਹੋਰ ਘੋੜਾ ਭੱਜਾ ਆ ਮੇਰੇ ਤੇ ਪੈਰ ਰੱਖ ਦਿੱਤਾ ਤੇ ਮੇਰਾ ਤੇ ਮਲੀਆ ਮਿਟ ਕਰ ਦੇਗਾ। ਪਾਣੀ ਉਤੇ ਪੁੱਛਣ ਵਾਲਾ ਗਏ ਕੋਈ ਨਹੀਂ। ਗੁਰ ਸੰਗਤ ਜੀ ਇਸ ਪ੍ਰਕਾਰ ਬਹੁਤ ਜ਼ਿਆਦੇ ਘੋੜੇ ਜਵਾਨ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਪਏ ਆ ਤੇ ਗੁਰ ਸੰਗਤ ਦੀ ਧਰਤੀ ਤੇ ਡਿੱਗੇ ਕੋ ਉਹ ਸਾਰੇ ਚੀਕਾਂ ਮਾਰਦੇ ਪਏ ਗਾਨਾ। ਕਵੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਗੁਰ ਸੰਗਤ ਜੀ 2 ਜਾਂ 3 ਪੋਹ ਦੇ ਵਿੱਚ ਗੋਲਵਾੜ ਦੀ ਧਰਤੀ ਤੋਂ ਸ਼ੁਰੂ ਹੋਇਆ ਜੰਗ। 2 ਜਾਂ 3 ਪੋਹ ਦੇ ਵਿੱਚ ਗੁਰ ਸੰਗਤ ਦੀ ਬਹੁਤ ਵੱਡਾ ਜੰਗ ਹੁੰਦਾ ਪਿਆ, ਬਹੁਤ ਵੱਡਾ ਜੰਗ ਕਿ ਗੁਰ ਸੰਗਤ ਜੀ ਬਹੁਤ ਭਿਆਨਕ ਜੰਗ ਜਿਹੜਾ ਕਿ ਉਹ ਹੁੰਦਾ ਪਿਆ ਕਿ ਜੀ। ਫਿਰ ਮੁੜ ਕੇ ਉਦਾਹਰਣ ਦਿੰਦੇ ਪਏ ਨੇ ਕਿ ਸੂਰਮਿਆਂ ਦੇ ਸਰੀਰਾਂ ਵਿੱਚੋਂ ਵਗ ਕੇ ਖੂਨ। ਗੁਰ ਸੰਗਤ ਦੀ ਧਰਤੀ ਦਾ ਰੰਗ ਏਦਾਂ ਲਾਲ ਹੋ ਗਿਆ ਜਿਵੇਂ ਕਿਸੇ ਬੰਦੇ ਨੇ ਧਰਤੀ ਦੇ ਉੱਪਰ ਲਿਆ ਕੇ ਸੁਹਾਗ ਦੀ ਚੁੰਨੀ ਦੇ ਦਿੱਤੀ ਹੋਵੇ। ਜਿਵੇਂ ਸੁਹਾਗ ਦਾ ਰੰਗ ਆਪਾਂ ਚਲੋ ਲਾਲ ਮੰਨਿਆ ਜਾਂਦਾ ਏ ਵੀ ਇਸ ਮੌਕੇ ਤੇ ਲਾਲ ਰੰਗ ਦਾ ਵਸਤਰ ਲੈ ਲਓ। ਕਵੀ ਜੀ ਕਹਿੰਦੇ ਨੇ ਜਿਵੇਂ ਸੁਹਾਗ ਦੀ ਚੁੰਨੀ ਕਿਸੇ ਦੇ ਸਰੀਰ ਤੇ ਦਿੱਤੀ ਜਾਂਦੀ ਗਏ, ਇਸ ਪ੍ਰਕਾਰ ਧਰਤੀ ਦਾ ਰੰਗ ਜਿਹੜਾ ਗੇ ਗੁਰ ਸੰਗਤ ਦੀ ਉਤੇ ਲਾਲ ਰੱਤਾ ਗੋਇਆ ਪਿਆ ਗੇ ਜੀ। ਹੁਣ ਅੱਗੇ ਭਾਈ ਜੀ ਨੇ ਸ਼ਬਦ ਵਰਤਿਆ ਖਵੀਸਨੀ। ਬੜੀ ਇਕਾਗਰਤਾ ਨਾਲ ਸਮਝਣਾ। ਇੱਕ ਦੇਵਤਾ ਹੁੰਦਾ, ਇੱਕ ਦਿਓ ਹੁੰਦਾ ਹੈ। ਆਪਾਂ ਕਹਿੰਦੇ ਦਿਓ। ਖਵੀਸਨੀ ਦਾ ਅਕਰੀ ਅਰਥ ਹੁੰਦਾ ਦਿਓ ਦੀ ਘਰ ਵਾਲੀ, ਉਹਦੀ ਪਤਨੀ। ਅੱਗੇ ਸ਼ਬਦ ਉਹਨਾਂ ਜਿਹੜਾ ਵਰਤਿਆ ਕਿ ਉਹ ਭਾਈ ਸਾਹਿਬ ਨੇ ਸ਼ਬਦ ਵਰਤਿਆ ਪਿਸਾਚਨੀ। ਪਿਸਾਚਨੀ ਦਾ ਅਕਰੀ ਅਰਥ ਹੈ ਰਾਖਸ਼ਣੀ, ਇੱਕ ਰਾਖਸ਼, ਉਹਦੀ ਘਰ ਵਾਲੀ ਰਾਖਸ਼ਣੀ। ਅੱਗੇ ਸ਼ਬਦ ਗੁਰ ਸੰਗਤ ਜੀ ਉਹਨਾਂ ਨੇ ਵਰਤਿਆ ਕਿ ਬੇਤਾਲ। ਇਹਦਾ ਅਕਰੀ ਅਰਥ ਹੈ ਭੂਤ ਦੀ ਘਰ ਵਾਲੀ,
ਜਾਂ ਕਈ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਭੂਤਾਂ ਦੀ ਇੱਕ ਜਾਤ, ਕੁਝ ਵਿਦਵਾਨਾਂ ਨੇ ਇਹਦਾ ਇਹ ਵੀ ਅਰਥ ਕੀਤਾ। ਅੱਗੇ ਭਾਈ ਜੀ ਨੇ ਸ਼ਬਦ ਵਰਤਿਆ ਕਿ ਵੀਰ, ਵੀਰ ਦਾ ਆਖਰੀ ਅਰਥ ਅੱਗੇ ਦੇਵਤਿਆਂ ਦੀਆਂ ਘਰ ਵਾਲੀਆਂ, ਤੇ ਤੀਜਾ ਸ਼ਬਦ ਉਹਨਾਂ ਵਰਤਿਆ ਭੈਰਵੀ, ਭੈਰਵੀ ਦਾ ਆਖਰੀ ਅਰਥ ਅੱਗੇ ਭੈਰੋਂ ਦੇ ਘਰ ਵਾਲੀ। ਵੇਖੋ ਇਤਿਹਾਸ ਦੀ ਰਚਨਾ ਕਿੰਨੀ ਸੁੰਦਰ ਕੀਤੀ। ਕਵੀ ਜੀ ਕਹਿੰਦੇ ਖਵੀਸਨੀ ਪਿਸਾਚਨੀ ਬਿਤਾਲ ਵੀਰ ਭੈਰਵੀ, ਇਹ ਸਾਰੇ ਦੀਆਂ ਸਾਰੀਆਂ ਔਰਤਾਂ ਦਾ ਜ਼ਿਕਰ ਹੈ ਜੀ। ਲਾਚਨੀ ਜਲੇਲ ਭੂਤ ਡਾਕਣੀ ਪਰੇ ਤਵੀ। ਹੁਣ ਗੁਰਸੰਗਤ ਜੀ ਅੱਗੇ ਜਿਹੜਾ ਸ਼ਬਦ ਭਾਈ ਜੀ ਨੇ ਵਰਤਿਆ ਉਹ ਵਰਤਿਆ ਅੱਗੇ ਪਲਾਚਨੀ। ਪਲਾਚਨੀ ਦਾ ਆਖਰੀ ਅਰਥ ਅੱਗੇ ਕਾਲੀ ਦੇਵੀ, ਕਾਲੀ ਦੇਵੀ ਦੀ ਤਸਵੀਰ ਆਪ ਜੀ ਨੇ ਕਦੀ ਵੇਖੀ ਨਹੀਂ। ਪਲਾਚਨੀ ਮਤਲਬ ਕਾਲੀ ਦੇਵੀ। ਅੱਗੇ ਉਹਨਾਂ ਨੇ ਸ਼ਬਦ ਵਰਤਿਆ ਚੁੜੇਲ ਭੂਤ, ਚਲੋ ਇਹਦਾ ਅਰਥ ਆਪਾਂ ਜਾਣਦੇ ਹਾਂ ਚੁੜੇਲ ਤੇ ਭੂਤ। ਅੱਗੇ ਉਹ ਕਹਿੰਦੇ ਨੇ ਡਾਕਣੀ, ਡਾਕਣੀ ਦਾ ਆਖਰੀ ਅਰਥ ਅੱਗੇ ਡੈਣ, ਤੇ ਪ੍ਰੇਤ, ਪ੍ਰੇਤਵੀ ਦਾ ਅਰਥ ਆਪਾਂ ਜਾਣਦੇ ਪ੍ਰੇਤ ਦੀ ਘਰ ਵਾਲੀ। ਗਿਆਨੀ ਸਾਹਿਬ ਜੀ ਲਿਖਦੇ ਹਨ ਪਲਾਚਨੀ ਚੁੜੇਲ ਭੂਤ ਡਾਕਣੀ ਪ੍ਰੇਤਵੀ, ਇਹ ਜਿਹੜੀਆਂ ਸਾਰੀਆਂ ਹਨ। ਸਿਆਰ ਸਨ ਕਾਪ ਕੀਪ ਜੋਗਨੀ ਅਪਾਰ। ਫਿਰ ਅੱਗੇ ਸ਼ਬਦ ਉਹਨਾਂ ਵਰਤਿਆ ਸਿਆਰ, ਸਿਆਰ ਦਾ ਆਖਰੀ ਅਰਥ ਅੱਗੇ ਗਿੱਦੜ। ਅੱਗੇ ਉਹਨਾਂ ਸ਼ਬਦ ਵਰਤਿਆ ਸਵਾਨ, ਇਹਦਾ ਅਰਥ ਅੱਗੇ ਕੁੱਤਾ। ਅੱਗੇ ਅੱਗੇ ਕਾਕ, ਇਹਦਾ ਅਰਥ ਅੱਗੇ ਕਾਂ। ਅੱਗੇ ਉਹਨਾਂ ਸ਼ਬਦ ਵਰਤਿਆ ਗੀਧ, ਇਹਦਾ ਅਰਥ ਅੱਗੇ ਗਿਰਜ, ਤੇ ਜੋਗਨੀ ਅਪਾਰਗੀ। ਆਪ ਦੀ ਸਾਰੀਆਂ ਆਪਾਂ ਪਿਛਲੀਆਂ ਕਥਾ ਵੀ ਸੁਣੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ, ਉਹਨਾਂ ਜੰਗਾਂ ਤੇ ਵੀ ਜ਼ਿਕਰ ਆਇਆ। ਗੁਰਸੰਗਤ ਦੀ ਬਹੁਤ ਸਾਰੀਆਂ ਜੋਗਨੀਆਂ ਜਿਹੜੀਆਂ ਬੰਦਿਆਂ ਦਾ ਲਹੂ ਪੀਣ ਵਾਲੀਆਂ ਹਨ। ਗੁਰਸੰਗਤ ਜੀ ਇਹ ਸਾਰੇ ਜਾਣੇ ਖਵੀਸਨੀ ਪਿਚਾਸਨੀ ਬਿਤਾਲ ਵੀਰ ਭੈਰਵੀ ਪਲਾਚਨੀ ਚੁੜੇਲ ਭੂਤ ਡਾਕਣੀ ਪ੍ਰੇਤਵੀ। ਅੱਗੇ ਕਹਿੰਦੇ ਨੇ ਸਵਾਨ ਸਿਆਨ ਕਾਗ ਗਾਦ ਜੋਗਨੀ ਅਪਾਰਗੀ ਸ਼ੁਕੰਤ ਮਾਸ ਰੁੱਧ ਨੇ ਸਿੰਘਾਣ ਜੈ ਉਚਾਰਗੀ। ਇਹ ਸਾਰੀਆਂ ਜੜੀਆਂ ਨੇ ਨਾ ਇਹ ਗੁਰਸੰਗਤ ਦੀ ਉਤੇ ਸ਼ਹੀਦ ਹੋਏ ਸੂਰਮਿਆਂ ਦਾ ਮਾਸ ਖਾ ਰਹੀਆਂ ਨੇ। ਕਾਂ ਖਾ ਰਹੇ, ਗਿੱਦੜ ਖਾ ਰਹੇ, ਕੁੱਤੇ ਖਾ ਰਹੇ, ਗਿਰਦਾਂ ਖਾ ਰਹੀਆਂ ਨੇ। ਅਸੀਂ ਕੱਲ ਵੀ ਇਸ ਕਰਕੇ ਬੇਨਤੀ ਕੀਤੀ ਵੀ ਬੰਦਾ ਕਹਿ ਤਾਂ ਦਿੰਦਾ ਜੀ ਵੇਖੋ ਬਾਬਾ ਦੀਪ ਸਿੰਘ ਨਾ ਆਪਣੀ ਤਲੀ ਤੇ ਸੀਸ ਰੱਖ ਕੇ ਲੜ ਗਏ, ਪਰ ਥੋੜਾ ਜਿਹਾ ਜੰਗ ਦਾ ਨਕਸ਼ਾ ਵੀ ਤਾਂ ਵੇਖੀਏ ਵੀ ਉਹ ਇਸ ਜੰਗ ਵਿੱਚੋਂ ਲੰਘੇ। ਉਥੇ ਗਿਰਜਾਂ ਉੱਡਦੀਆਂ ਪਈਆਂ, ਕੁੱਤੇ ਮਾਸ ਧੂੰਦੇ ਪਏ ਆ ਜੀ, ਮਾਸ ਧੂ ਕੇ ਖੜੇ, ਕਾਂ ਠੂੰਗੇ ਮਾਰਦੇ ਪਏ। ਭਾਈ ਸਾਹਿਬ ਦਾ ਪਿਆਰਾ ਬਚਨਗੇ ਜੋਗਨੀਆਂ, ਇਹ ਉਹ ਠੂਠੇ ਭਰ ਕੇ ਖੂਨ ਦੇ ਪੀਂਦੀਆਂ ਪਈਆਂ ਨੇ। ਐਸਾ ਭਿਆਨਕ ਦ੍ਰਿਸ਼ ਜਿਹੜਾ ਅੱਗੇ ਗੁਰਸੰਗਤ ਦੀ ਉਤੇ ਗੁੰਦਾ ਪਿਆ ਤੇ ਮਾਸ ਖਾਦਾ ਜਾ ਰਿਹਾ। ਤੇ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੇ ਸਿੰਘ ਜੈ ਜੈਕਾਰ ਕਰਦੇ ਪਏ, ਉਹ ਡਰਦੇ ਨਹੀਂ ਪਏ ਕਿਸੇ ਤੋਂ। ਬਾਬਾ ਦੀਪ ਸਿੰਘ ਜੀ ਦੀ ਅਗਵਾਈ ਦੇ ਅੰਦਰ ਖਾਲਸਾ ਬੜੀ ਚੜ੍ਹਦੀ ਕਲਾ ਨਾਲ ਲੜਦਾ ਪਿਆ, ਤੇ ਖਾਲਸਾ ਜਿਹੜਾ ਅੱਗੇ ਜੈ ਜੈਕਾਰ ਕਰਦਾ ਪਿਆ ਕਿ ਜੀ। ਹੁਣ ਅਗਲਾ ਸ਼ਬਦ ਉਹਨਾਂ ਵਰਤਿਆ ਸੁਦਾ ਮਰਗੇਸ਼। ਵੈਸੇ ਮਰਗੇਸ਼ ਦਾ ਆਖਰੀ ਅਰਥ ਗੁਰਸੰਗਤ ਜੀ ਸ਼ੇਰ ਵੀ ਹੁੰਦਾ ਵਾ, ਪਰ ਇੱਥੇ ਸ਼ੇਰ ਦਾ ਅਰਥ ਮਰਗੇਸ਼ ਦਾ ਅਰਥ ਲਿਆ ਗਿਆ ਸਿੰਘ। ਇਸ ਕਰਕੇ ਕਹਿੰਦੇ ਸੁਦਾ ਮਰਗੇਸ਼ ਮਤਲਬ ਭਾਈ ਸੁਦਾ ਸਿੰਘ। ਇਹ ਬਾਬਾ ਦੀਪ ਸਿੰਘ ਦੇ ਨਾਲ ਦੇ ਸਿੰਘਾਂ ਦੇ ਨਾਂ ਨੇ। ਅੱਗੇ ਉਹਨਾਂ ਸ਼ਬਦ ਵਰਤਿਆ ਦੀਪ ਸਿੰਘ, ਚਲੋ ਉਹ ਤਾਂ ਬਾਬਾ ਜੀ ਦੇ ਨਾਂ ਦਾ ਆਪਾਂ ਨੂੰ ਪਤਾ ਕਿ ਸੁਦਾ ਮਰਗੇਸ਼, ਸੁਦਾ ਸਿੰਘ, ਦੀਪ ਸਿੰਘ, ਦਿਆਲ ਸਿੰਘ, ਕਿਹਰੇ, ਭਾਈ ਦਿਆਲ ਸਿੰਘ, ਤੇ ਅੱਗੇ ਅਕੀਰਤ ਵਰਤਿਆ ਕਿਹਰੇ। ਕਿਹਰੇ ਦਾ ਅਰਥ ਕੁਝ ਵਿਦਵਾਨਾਂ ਨੇ ਕੀਤਾ ਕਿ ਭਾਈ ਕੇਰ ਸਿੰਘ, ਲੇਕਿਨ ਅਸੀਂ ਇਹਦਾ ਇੱਥੇ ਅਰਥ ਲਿਆ ਗਏ ਵੀ ਇਹ ਸਾਰੇ ਸਿੰਘ ਜਿਹੜੇ ਨੇ ਇਹ ਸ਼ੇਰਾਂ ਵਰਗੇ ਆ। ਭਾਈ ਸੁਦਾ ਸਿੰਘ, ਦੀਪ ਸਿੰਘ ਤੇ ਦਿਆਲ ਸਿੰਘ, ਇਹਨਾਂ ਦੇ ਸਰੀਰਾਂ ਅੰਦਰ ਸ਼ੇਰਾਂ ਜਿੰਨਾ ਵਾਲਾ, ਸ਼ੇਰਾਂ ਵਰਗੀ ਬਹਾਦਰੀ ਗਏ, ਸ਼ੇਰਾਂ ਵਰਗੇ ਚੜ੍ਹਦੀ ਕਲਾ ਵਾਲੇ ਕਨ। ਹੁਣ ਅੱਗੇ ਕਹਿੰਦੇ ਭਾਈ ਬਸੰਤ ਸਿੰਘ, ਭਾਈ ਰਾਮ ਸਿੰਘ, ਭਾਈ ਵੀਰ ਸਿੰਘ, ਤੇ ਅਕੀਰਤ ਆਖਿਆ ਜਿਹਰੇ ਦਾ ਆਖਰੀ ਅਰਥ ਕੇ ਜਿਹੜੇ ਇਹ ਤਿੰਨ ਸਿੱਖ ਨੇ ਇਹ ਵੀ ਸ਼ੇਰਾਂ ਵਰਗੇ ਹੌਸਲੇ ਲੈ ਕੇ ਲੜਦੇ ਪਏ। ਇਹ ਵੀ ਬਾਬਾ ਦੀਪ ਸਿੰਘ ਜੀ ਦੇ ਨਾਲ ਵਿਚਰਦੇ ਪਏ ਗਨ। ਹੁਣ ਕਹਿੰਦੇ ਹਰੀ ਮਰਗੇਸ਼, ਇਹਦਾ ਅਰਥ ਕੇ ਭਾਈ ਹਰੀ ਸਿੰਘ, ਕੌਰ ਸਿੰਘ, ਨੌਦ ਸਿੰਘ। ਬਾਬਾ ਨੌਦ ਸਿੰਘ ਆਪਾਂ ਉਹਦਾ ਜ਼ਿਕਰ ਜਾਣਦੇ ਹਾਂ। ਭਾਈ ਹਰੀ ਸਿੰਘ, ਭਾਈ ਕੌਰ ਸਿੰਘ ਤੇ ਭਾਈ ਨੌਦ ਸਿੰਘ ਇਤਿਆਦਿਕ ਜਿਹੜੇ ਸੂਰਮੇ ਬਾਬਾ ਦੀਪ ਸਿੰਘ ਜੀ ਦੇ ਨਾਲ ਹਨ। ਗੁਰਸੰਗਤ ਜੀ ਇਹ ਸਾਰੇ ਦੇ ਸਾਰੇ ਬੜਾ ਤਗੜਾ ਜੰਗ ਲੜਦੇ ਪਏ।
ਤੇ ਦੁਸ਼ਮਣ ਨੂੰ ਲਲਕਾਰ ਕੇ ਉਹਦੇ ਤੇ ਵਾਰ ਕਰਦੇ ਪਏ ਨੇ। ਕੋਈ ਦੁਸ਼ਮਣ ਨੂੰ ਮੈਦਾਨ ਤੋਂ ਭੱਜ ਜਾਊਗਾ, ਉਹਦੇ ਨਾਲ ਗੁਰਸੰਗਤ ਦੀ ਲਲਕਾਰ ਕੇ ਦੁਸ਼ਮਣ ਦਲਾਂ ਦੇ ਉੱਪਰ ਫਿਰ ਸਮਝੋ ਬਸੰਤ ਸਿੰਘ, ਰਾਮ ਸਿੰਘ, ਵੀਰ ਸਿੰਘ ਜਿਗਰੈ, ਹਰੀ ਮਰਗੇਸ਼ ਕੌਰ ਸਿੰਘ, ਨੌਦ ਸਿੰਘ ਆਦਿਕੇ, ਘੁਮੰਡ ਮੰਡ ਕੇ ਪ੍ਰਚੰਡ ਖੰਡ ਸਤਰ ਬਾਦਕੇ। ਇਹ ਸਾਰੇ ਦੇ ਸਾਰੇ ਬਹੁਤ ਵੱਡਾ ਜੰਗ ਦੁਸ਼ਮਣ ਦੇ ਦਲਾਂ ਨਾਲ ਲੜਦੇ ਪਏ ਗਨ। ਸੁਦਾ ਦਾ ਅਕਰੇ ਅਰਥ ਕੇ ਅੰਮ੍ਰਿਤ ਤੇ ਸਰੋਵਰ ਦਾ ਆਪ ਜੀ ਨੂੰ ਪਤਾ ਕਿ ਸੁਦਾ ਸਰੋਵਰ ਦਾ ਅਰਥ ਹੋ ਗਿਆ ਅੰਮ੍ਰਿਤ ਸਰੋਵਰ, ਮਤਲਬ ਅੰਮ੍ਰਿਤਸਰ ਦਿਸ਼ਾ, ਉਸ ਪਾਸੇ ਤੁਰਨਾ। ਕਵੀ ਜੀ ਕਹਿੰਦੇ ਸੁਦਾ ਸਰੋਵਰੇ ਦਿਸ਼ਾ ਵਧਾਏ ਪੈਰ ਅਗਰੇ। ਗੁਰਸੰਗਤ ਦੀ ਆਪਣੇ ਸ਼ਸਤਰ ਦੇ ਜ਼ੋਰ ਨਾਲ ਨਾ, ਸ਼ਸਤਰ ਦੇ ਜ਼ੋਰ ਨਾਲ ਇਹ ਸਾਰੇ ਦੇ ਸਾਰੇ ਸੂਰਮੇ ਜਿਹੜੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਆਪਣੇ ਪੈਰ ਵਧਾਉਂਦੇ ਪਏ ਆਪਣੀ ਬਹਾਦਰੀ ਦੇ ਨਾਲ। ਤੁਸੀਂ ਫਿਰ ਇਸ ਗੱਲ ਨੂੰ ਸਮਝੋ। ਮੇਰਾ ਦਿਲ ਕਰਦਾ ਵਾਰ-ਵਾਰ ਇਹਨੂੰ ਇੰਨੀ ਵਾਰ ਰਿਪੀਟ ਕਰਾਂ ਵੀ ਤੁਹਾਡੇ ਸਰੀਰ ਦੀ ਇੱਕ ਨਾੜ ਵਿੱਚ ਇਹ ਗੱਲ ਇੰਨੇ ਥੱਲੇ ਤੱਕ ਚਲੀ ਜਾਏ ਕਿ ਜਿੰਨਾ ਚਿਰ ਸਰੀਰ ਵਿੱਚੋਂ ਖੂਨ ਨਹੀਂ ਮੁੱਕਦਾ, ਜਾਨ ਨਹੀਂ ਮੁੱਕਦੀ, ਉਹਨਾਂ ਚਿਰ ਇਹ ਬਹਾਦਰੀ ਸਾਡੇ ਸਰੀਰ ਵਿੱਚੋਂ ਨਿਕਲੇ ਨਾ। ਤਾਂ ਕਰਕੇ ਮੈਂ ਵਾਰ-ਵਾਰ ਰਿਪੀਟ ਕਰਦਾ ਵੀ ਇਹ ਗੱਲ ਸਾਡੇ ਅੰਦਰ ਜਾਣੀ ਚਾਹੀਦੀ ਹੈ। ਖਿਆਲ ਕਰੋ, ਇੱਕ ਪਾਸੇ ਬਾਦਸ਼ਾਹੀ ਲੜਦੀ ਪਈ ਗਏ, ਉਹ ਬਾਦਸ਼ਾਹੀ ਕੋਈ ਛੋਟੀ ਨਹੀਂ। ਵਾਹਿਗੁਰੂ ਜੀ, ਉਹ ਕਾਬਲ ਦਾ ਬਾਦਸ਼ਾਹ ਗਏ ਅਬਦਾਲੀ, ਤੇ ਅਗਾਂਹ ਉਹਦਾ ਮੁੰਡਾ ਤੈਮੂਰ, ਉਧਰ ਦਾ ਤੇ ਬਾਦਸ਼ਾਹ ਗਏ ਹੀ। ਤੁਸੀਂ ਸਮਝ ਲਓ ਹੁਣ ਉਹਨੇ ਸਾਰੇ ਦਾ ਸਾਰਾ ਮੁਲਕ ਵੀ ਫਤਿਹ ਕੀਤਾ ਹੋਇਆ। ਇੱਕ ਪਾਸੇ ਏਡੀ ਵੱਡੀ ਬਾਦਸ਼ਾਹੀ ਗਏ, ਇੱਕ ਪਾਸੇ ਗੁਰੂ ਕਾ ਖਾਲਸਾ ਗੋ ਲੜਦਾ ਪਿਆ ਜਿਨ੍ਹਾਂ ਦੇ ਕੋਲ ਖਾਲੇ ਚੱਜ ਦੇ ਆਪਣੇ ਘਰ ਵੀ ਨਹੀਂ। ਫਿਰ ਸਮਝੋ ਬਾਦਸ਼ਾਹੀ ਦਾ ਮੁਕਾਬਲਾ ਉਹ ਬੰਦੇ ਕਰਦੇ ਪਏ ਨੇ ਜਿਨ੍ਹਾਂ ਕੋਲ ਚੱਜ ਦੇ ਆਪਣੇ ਘਰ ਵੀ ਹਲੇ ਨਹੀਂ। ਵਿਚਾਰੇ ਜੰਗਲਾਂ 'ਚ ਰਹਿੰਦੇ ਆ ਜਾਂ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੇ ਟਿਕਾਣਾ ਕਰਦੇ। ਜੇ ਕਿਸੇ ਕੋਲ ਛੋਟੀ ਮੋਟੀ ਰਿਆਸਤ ਵੀ ਗਏ ਤੇ ਨਿੱਕੀ ਮੋਟੀ, ਨਾ ਫੌਜਾਂ ਦੇ ਉਹ ਅੱਗੋਂ ਮੁਕਾਬਲੇ ਦੇ ਬਰਾਬਰ ਨੇ, ਨਾ ਉਹਨਾਂ ਕੋਲ ਉਹਨਾਂ ਧਨ ਗਏ, ਨਾ ਗਾਲੇ ਉਹਨਾਂ ਕੋਲ ਉਹਨੇ ਘੋੜੇ ਨੇ। ਬਸ ਖਾਲਸੇ ਦੇ ਕੋਲ ਕੀ ਗਏ, ਨਿਤਨੇਮ ਗਏ, ਖਾਲਸੇ ਦੇ ਕੋਲ ਆਪਣੇ ਗੁਰੂ ਦੇ ਉੱਪਰ ਵਿਸ਼ਵਾਸ ਗਏ, ਤੇ ਇਸ ਵਿਸ਼ਵਾਸ ਨੂੰ ਲੈ ਕੇ ਏਡੀ ਵੱਡੀ ਬਾਦਸ਼ਾਹੀ ਦੀਆਂ ਫੌਜਾਂ ਉਹਨਾਂ ਨੇ ਪਿੱਛੇ ਧੱਕ ਦਿੱਤੀਆਂ ਨੇ। ਇਹ ਹੌਸਲਾ ਗਏ ਉਹਨਾਂ ਦੇ ਕੋਲ। ਅਸੀਂ ਸਵੇਰੇ ਵੀ ਇੱਕ ਜਗ੍ਹਾ ਤੇ ਕਥਾ ਤੇ ਕਿਹਾ, ਚਲੋ ਵਿੱਚੋਂ ਨਿਕਲ ਕੇ 1 ਮਿੰਟ ਬੇਨਤੀ ਕਰਨੀ। ਪਿੱਛੇ ਜੇ ਥੋੜੇ ਦਿਨ ਹੋਏ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ, ਤੇ ਜਦੋਂ ਗੱਲ ਨਾ ਬਣੀ ਤੇ ਹੁਣ ਅਸੀਂ ਸਾਡੇ ਸਿੰਘ ਉਤੇ ਪਛਤਾਤਾਪ ਸਮਾਗਮ ਕਰ ਰਹੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗ ਲਈਏ। ਤੇ ਮਨ ਨੇ ਆਖਿਆ ਵੀ ਸਾਡੀ ਕੌਮ ਉਹ ਜਿਹੜੀ ਮੱਸੇ ਰੰਗੜ ਦਾ ਸਿਰ ਵੱਢਦੀ ਆ, ਤੇ ਅੱਜ ਕੌਮ ਇੰਨੀ ਥੱਲੇ ਚਲੀ ਗਈ, ਅੱਜ ਬੇਅਦਬੀ ਹੋ ਗਈ ਤੇ ਗੁਰੂ ਤੋਂ ਮਾਫੀ ਮੰਗਦੀ ਪਈ ਵੀ ਸਾਨੂੰ ਮੁਆਫ ਕਰਦੀ, ਅਸੀਂ ਤੇਰੀ ਬੇਅਦਬੀ ਦਾ ਬਦਲਾ ਨਹੀਂ ਲੈ ਸਕੇ। ਮਤਲਬ ਨਿਗਾਰ ਗਏ। ਕਦੇ ਅਸੀਂ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਜਾਂਦੇ ਸਾਂ ਤੇ ਕਦੀ ਗੁਰੂ ਦੀ ਬੇਅਦਬੀ, ਗੁਰੂ ਤੋਂ ਆਪੇ ਮਾਫੀ ਮੰਗੀ ਜਾਂਦੇ ਪਏ। ਭਾਈ ਸਾਹਿਬ ਨੇ ਬੜਾ ਪਿਆਰਾ ਬਚਨ ਲਿਖਿਆ, ਕਹਿੰਦੇ ਯਾਦ ਰੱਖੋ ਸੁਦਾ ਸਰੋਵਰੇ ਦਿਸਾ ਵਢਾਏ ਪੈਰ ਅਗਰੇ। ਇਹ ਸਾਰੇ ਦੇ ਸਾਰੇ ਸਿੰਘ ਇੰਨੀ ਬਹਾਦਰੀ ਨਾਲ ਲੜਦੇ ਪਏ ਨੇ ਕਿ ਗੁਰੂ ਖਾਲਸਾ ਜੀ ਬੜੇ ਜ਼ੋਰ ਨਾਲ, ਸ਼ਸਤਰ ਦੀ ਤਾਕਤ ਨਾਲ ਤੇ ਆਪਣੇ ਜੰਗ ਯੁਰਤ ਦੇ ਨਾਲ ਇਹ ਦੁਸ਼ਮਣ ਦੇ ਦਲਾਂ ਨੂੰ ਪਿੱਛੇ ਧੱਕਦੇ ਹੋਏ ਆਪਣੇ ਪੈਰ ਜਿਹੜੇ ਨੇ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਵਧਾਉਂਦੇ ਪਏ ਗਨ। ਹੁਣ ਭਾਈ ਸਾਹਿਬ ਦਾ ਪਿਆਰਾ ਬਚਨ ਕਿ ਉਸ ਵਕਤ ਜਦੋਂ ਸਿੰਘ ਅੱਗੇ ਵੱਧਦੇ ਗਏ ਤੇ ਜਦੋਂ ਦੁਸ਼ਮਣ ਨੇ ਇਹ ਵੇਖਿਆ ਵੀ ਸਾਡੇ ਪੈਰਾਂ ਦੇ, ਸਾਡੇ ਸਿਪਾਹੀਆਂ ਦੇ ਪੈਰ ਉਖੜ ਚੱਲੇ ਆ, ਸਾਡੇ ਸਿਪਾਹੀਆਂ ਦੇ ਪੈਰ ਇੱਕ ਵਾਰੀ ਉਖੜ ਗਏ, ਜਿਹੜਾ ਇੱਕ ਵਾਰੀ ਅੱਗੇ ਲੱਗ ਕੇ ਭੱਜ ਪਿਆ ਨਾ ਉਹਦਾ ਮੁੜ ਕੇ ਰੁਕਣਾ ਬੜਾ ਮੁਸ਼ਕਲ ਹੁੰਦਾ, ਬਹੁਤ ਮੁਸ਼ਕਲ ਹੋਏਗਾ ਵੀ ਉਹ ਅੱਗੇ ਰੁਕ ਜਾਏ। ਗੁਰਸੰਗਤ ਜੀ ਜਦੋਂ ਪਤਾ ਲੱਗਾ ਕਿ ਸਾਡੇ ਸਿਪਾਹੀਆਂ ਦੇ ਪੈਰ ਉਖੜ ਚੱਲੇਗਾ ਨਾ, ਹੁਣ ਗੁਰਸੰਗਤ ਜੀ ਉਸ ਵਕਤ ਉਹਨਾਂ ਨੇ ਸਿੰਘਾਂ ਨੂੰ ਰੋਕਣ ਵਾਸਤੇ ਵੀ ਖਾਲਸਾ ਜਿਹੜਾ ਅੱਗੇ ਇਹ ਰੁਕ ਜਾਵੇ, ਅੱਗੇ ਵਧੇ ਨਾ, ਇੱਕ ਬੜਾ ਭਿਆਨਕ ਪਾਪ ਉਹਨਾਂ ਨੇ ਹੋਰ ਆਪਣੇ ਮਨ ਅੰਦਰ ਸੋਚਿਆ, ਤੇ ਕੱਲਾ ਸੋਚਿਆ ਨਹੀਂ ਨਾਲ ਕੀਤਾ ਵੀ। ਇਹ ਤਿਆਰੀ ਉਹਨਾਂ ਦੀ ਪਹਿਲਾਂ ਦੀ ਸੀ। ਤੇ ਯਾਦ ਰੱਖੋ ਇਹ ਦੁਸ਼ਮਣ ਦਾ ਦਲ ਪਹਿਲੀ ਵਾਰ ਪਾਪ ਨਹੀਂ ਕਰਨ ਲੱਗਾ। ਗੁਰੂ ਖਾਲਸਾ ਜੀ ਇਹ ਇਹਨਾਂ ਨੇ ਆਪਣੇ ਵੱਡੇ ਬਾਬਰ ਤੋਂ ਸਿੱਖਿਆ ਹੋਇਆ ਸੀ। ਇਹ ਜਿਹੜਾ ਕੰਮ ਇੱਥੇ ਹੋਣ ਲੱਗਾ ਹੈ ਨਾ, ਇਹ ਬਾਬਰ ਨੇ ਵੀ ਭਾਰਤ ਨੂੰ ਫਤਿਹ ਕਰਨ ਵਾਸਤੇ ਇਹ ਕੰਮ ਕੀਤਾ ਸੀ, ਤੇ ਉਹ ਇਸ ਚਾਲ ਅੰਦਰ ਕਾਮਯਾਬ ਵੀ ਹੋ ਗਿਆ ਸੀ।
ਗੁਰਸੰਗਤ ਜੀ ਇਹਨਾਂ ਦੇ ਅੰਦਰ ਇੱਕ ਬਹੁਤ ਭਿਆਨਕ ਪਾਪ ਦੀ ਵਿਚਾਰ ਪੈਦਾ ਹੋਈ ਗਏ। ਹੁਣ ਤੁਸੀਂ ਇਹ ਯਾਦ ਰੱਖੋ ਕਿ ਦੁਸ਼ਮਣ ਦੇ ਦਲ ਦੀ ਪਹਿਲੇ ਦਿਨ ਤੋਂ ਇੱਕ ਚਾਲ ਰਹੀ ਆ ਭਾਰਤ ਨੂੰ ਜਿੱਤਣ ਵਾਸਤੇ, ਕਿ ਜਦੋਂ ਉਹਦੀ ਫੌਜ ਹਾਰਦੀ ਦਿਸਦੀ ਆ ਨਾ, ਉਹ ਬਹੁਤ ਸਾਰਾ ਗਾਵਾਂ ਦਾ ਵੱਗ ਲਿਆ ਕੇ ਅੱਗੇ ਛੱਡ ਦਿੰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਗਾਂ ਤੇ ਵਾਰ ਨਹੀਂ ਕਰਦੇ, ਇਸ ਮੁਲਕ ਦੇ ਰਹਿਣ ਵਾਲੇ ਗਊ ਤੇ ਵਾਰ ਨਹੀਂ ਕਰਦੇ। ਤੇ ਬਾਬਰ ਨੇ ਜਦੋਂ ਜਿੱਤਿਆ ਨਾ, ਉਹਦੇ ਅੱਗੇ ਗਾਵਾਂ ਲਾ ਕੇ, ਮਤਲਬ 500-700 ਗਾਂ, 1000 ਅੱਗੇ ਲਾ ਲਈ, ਤੇ ਜਿੱਧਰ ਨੂੰ ਗਾਂ ਲੰਘੀ ਜਾਵੇ ਅੱਗੋਂ ਰਾਹ ਛੱਡੀ ਜਦੋਂ ਦੀਆਂ ਫੌਜਾਂ ਮਗਰ ਤੁਰੀਆਂ ਆਈਆਂ, ਇਦਾਂ ਜਿੱਤ ਗਿਆ ਉਹ ਤੇ ਬਹੁਤ ਸਾਰਾ ਜੰਗ। ਇਸ ਜਗ੍ਹਾ ਤੇ ਸਿੰਘਾਂ ਦਾ ਅੱਗਾ ਰੋਕਣ ਵਾਸਤੇ ਕਵੀ ਜੀ ਲਿਖਦੇ ਆ, ਕਹਿੰਦੇ ਨੇ ਅਪਾਰ ਗਾਏ ਅਗਰ ਤੁਰਕੇ ਸੁਕੀਨ ਲਿਆਨ ਕੇ, ਇਹਨਾਂ ਦੁਸ਼ਮਣਾਂ ਨੇ ਬਹੁਤ ਸਾਰੀਆਂ ਗਊਆਂ ਲਿਆ ਕੇ ਗੁਰੂ ਕੇ ਖਾਲਸੇ ਦੇ ਅੱਗੇ ਛੱਡ ਦਿੱਤੀਆਂ, ਬਹੁਤ ਸਾਰੀਆਂ ਗਾਵਾਂ ਲਿਆ ਕੇ ਗੁਰੂ ਕੇ ਖਾਲਸੇ ਦੇ ਅੱਗੇ ਛੱਡ ਦਿੱਤੀਆਂ ਹਨ। ਜਦੋਂ ਸਨਮਾਨਯੋਗ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗਊਆਂ ਵੇਖੀਆਂ ਤੇ ਬਾਬਾ ਸਾਹਿਬ ਜੀ ਨੇ ਉਸੇ ਵੇਲੇ ਹੁਕਮ ਕੀਤਾ, ਬਾਬਾ ਜੀ ਨੇ ਹੁਕਮ ਕਰਕੇ ਤੀਰ ਤੇ ਬੰਦੂਕਾਂ ਬੰਦ ਕਰ ਦਿੱਤੇ। ਇਹ ਹੁਣ ਤੀਰ ਨਹੀਂ ਚਲਾਉਣਾ, ਬੰਦੂਕਾਂ ਚੋਂ ਗੋਲੀ ਨਹੀਂ ਚਲਾਉਣੀ, ਕਿਉਂਕਿ ਇਹਦੇ ਨਾਲ ਇਹਨਾਂ ਜੀਵਾਂ ਦਾ ਨੁਕਸਾਨ ਹੋਵੇਗਾ, ਬੇਜ਼ੁਬਾਨੇ ਜੀ ਮਾਰੇ ਜਾਣਗੇ। ਇਸ ਕਰਕੇ ਬਾਬਾ ਸਾਹਿਬ ਜੀ ਨੇ ਗੁਰਸੰਗਤ ਜੀ ਉਸ ਵਕਤ ਕਵੀ ਜੀ ਲਿਖਦੇ ਗਨ ਕਿ ਆਪਣੇ ਸਾਥੀਆਂ ਦੀਆਂ ਬੰਦੂਕਾਂ ਤੇ ਤੀਰ ਬੰਦ ਕਰਵਾ ਦਿੱਤੇ ਗਨ। ਹੁਣ ਗੁਰਸੰਗਤ ਜੀ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਤੀਰ ਤੇ ਬੰਦੂਕਾਂ ਬੰਦ ਕਰ ਦਿੱਤੀਆਂ ਨਾ, ਤੇ ਜਿਹੜਾ ਦੀਨ ਬੇਗ ਸੀ, ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਉਧਰੋਂ ਸ਼ਸਤਰ ਚੱਲਣੇ ਬੰਦ ਹੋ ਗਏ ਆ, ਹੁਣ ਇਹਨਾਂ ਨੂੰ ਕੁੱਟੋ ਰੱਜ ਕੇ, ਇਹਨਾਂ ਨੂੰ ਖਤਮ ਕਰ ਦਿਓ ਸਾਰੇ ਖਾਲਸੇ। ਇਸ ਕਰਕੇ ਗੁਰਸੰਗਤ ਜੀ ਉਹਨੇ ਬੜਾ ਤਗੜਾ ਅੱਗੋਂ ਹੱਲਾ ਜਿਹੜਾ ਸੀ ਨਾ, ਉਹ ਗੁਰੂ ਕੇ ਖਾਲਸੇ ਤੇ ਕਰਵਾ ਦਿੱਤਾ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਦੇ ਉੱਪਰ ਦੀਨ ਬੇਗ ਨੇ ਇੱਕ ਬਹੁਤ ਵੱਡਾ ਹੱਲਾ ਕਰਾ ਦਿੱਤਾ ਗਏ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀਰ ਖਾਲਸਾ ਪੁੱਤਰ ਜਿਹਦੇ ਸਾਹਮਣੇ ਔਰੰਗਜ਼ੇਬ ਦੇ ਪੈਰ ਨਹੀਂ ਲੱਗੇ, ਤੇ ਇਹ ਵਿਚਾਰੇ ਕਿਹੜੀ ਬਾਗ ਦੀ ਮੂਲੀ ਸਨ। ਉਸ ਵਕਤ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਨਾਲ ਦੇ ਸਾਥੀਆਂ ਨੇ ਗੁਰਸੰਗਤ ਦੀ ਇੱਕ ਟੋਲਾ ਬਣਾ ਲਿਆ, ਜਾਂ ਏਦਾਂ ਕਹਿ ਲੋ ਵੀ ਉਹਨਾਂ ਇੱਕ ਲਾਈਨ ਬਣਾ ਲਈ, ਤੇ ਬੜੀ ਕਾਹਲੀ ਦੇ ਨਾਲ ਗੁਰੂ ਘਰ ਦਾ ਖਾਲਸਾ ਜਿਹੜਾ ਕਿ ਉਥੋਂ ਫਿਰ ਅੱਗੇ ਨੂੰ ਵਧਣ ਲੱਗ ਪਿਆ। ਗਊਆਂ ਨੂੰ ਮਾਰਨਾ ਹੀ ਨਹੀਂ, ਹਿੱਕ ਕੇ ਪਰੇ ਤਾਂ ਕਰ ਹੀ ਸਕਦੇ ਆ ਨਾ, ਇਹ ਵੀ ਤੇ ਇੱਕ ਉਹਨਾਂ ਕੋਲ ਗਿਆਨ ਗਏ ਨਾ। ਇਸ ਪ੍ਰਕਾਰ ਗੁਰੂ ਖਾਲਸਾ ਜੀ, ਗੁਰੂ ਕਾ ਖਾਲਸਾ ਫਿਰ ਬੜੀ ਕਾਹਲੀ ਨਾਲ ਅੱਗੇ ਨੂੰ ਚੱਲਿਆ ਗਏ। ਗੁਰਸੰਗਤ ਜੀ ਇਸ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਅੰਦਰ ਸਾਰੇ ਦਾ ਸਾਰਾ ਖਾਲਸਾ ਪੰਥ ਅੱਗੇ ਨੂੰ ਤੁਰਿਆ। ਜਿਵੇਂ ਗੁਰਸੰਗਤ ਜੀ ਕੋਈ ਭਿਆਨਕ ਸਮੁੰਦਰ ਗੁੱਸੇ ਦੇ ਨਾਲ ਭਰ ਕੇ ਉਛਾਲਾ ਮਾਰਦਾ ਹੈ, ਜਿਵੇਂ ਭਿਆਨਕ ਸਮੁੰਦਰ ਗੁੱਸੇ ਨਾਲ ਭਰ ਕੇ ਉਛਾਲਾ ਮਾਰਦਾ, ਸੁਨਾਮੀ ਆਉਂਦੀ ਤੇ ਕੰਢੇ ਤਹਿਸ ਨਹਿਸ ਕਰਕੇ ਚਲੀ ਜਾਂਦੀ ਹੈ। ਇਸੇ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਅੰਦਰ ਸਾਰੇ ਦਾ ਸਾਰਾ ਖਾਲਸਾ ਜਿਹੜਾ ਅੱਗੇ ਗੁਰਸੰਗਤ ਦੀ ਉਹ ਅੱਗੇ ਨੂੰ ਤੁਰਿਆ ਗਏ। ਗੁਰਸੰਗਤ ਦੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਅੰਦਰ ਇਸ ਖਾਲਸੇ ਪੰਥ ਨੇ ਅੱਗੇ ਵਧਦਿਆਂ ਹੋਇਆਂ ਬਹੁਤ ਸਾਰੇ ਦੁਸ਼ਮਣ ਜਿਹੜੇ ਸਨ ਉਹਨਾਂ ਨੂੰ ਮਾਰ ਦਿੱਤਾ, ਬਹੁਤ ਸਾਰੇ ਦੁਸ਼ਮਣਾਂ ਨੂੰ ਖਤਮ ਕਰ ਦਿੱਤਾ, ਤੇ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਫਿਰ ਵੱਢ ਟੁੱਕ ਕੇ ਖਤਮ ਕਰਕੇ ਤੇ ਆਪਣਾ ਜਿਹੜਾ ਰਾਹ ਹੈ ਉਹਨੂੰ ਫੇਰ ਮੋਕੜਾ ਕਰ ਲਿਆ, ਆਪਣਾ ਰਸਤਾ ਫੇਰ ਬਣਾ ਲਿਆ। ਗੁਰਸੰਗਤ ਦੀ ਖਾਲਸੇ ਪੰਥ ਨੇ ਫਿਰ ਆਪਣਾ ਰਸਤਾ ਬਣਾ ਲਿਆ ਗਏ ਜੀ। ਗੁਰਸੰਗਤ ਜੀ ਕਵੀ ਜੀ ਫੇਰ ਮੁੜ ਕੇ ਲਿਖਦੇ ਨੇ, ਖਾਲਸੇ ਪੰਥ ਨੇ ਗਾਵਾਂ ਵੀ ਬਚਾ ਲਈਆਂ ਤੇ ਇਹਦੇ ਨਾਲ ਉਹਨਾਂ ਦੁਸ਼ਮਣ ਦੇ ਨਾਲ ਯੁੱਧ ਵੀ ਕਰ ਲਿਆ, ਦੁਸ਼ਮਣ ਨਾਲ ਮੁਕਾਬਲਾ ਵੀ ਕਰ ਲਿਆ। ਇਹ ਇੱਕ ਬਹੁਤ ਵੱਡੀ ਸਿਆਣਪ ਸੀ, ਤੇ ਇਸ ਸਿਆਣਪ ਦੇ ਵਿੱਚੋਂ ਬਾਬਾ ਦੀਪ ਸਿੰਘ ਵਰਗੇ ਗੁਰਮੁਖ ਦੀ ਅਗਵਾਈ ਵਿੱਚ ਕੀ ਖਾਲਸਾ ਸਿਆਣਪ ਨਾਲ ਲੱਗੇ ਗਿਆ। ਭਾਈ ਸਾਹਿਬ ਦਾ ਪਿਆਰਾ ਵਤਨ ਕੇ ਉਹਨਾਂ ਗਾਵਾਂ ਵੀ ਬਚਾ ਲਈਆਂ ਤੇ ਗੁਰਸੰਗਤ ਦੀ ਆਪਣਾ ਰਸਤਾ ਵੀ ਬਣਾ ਲਿਆ ਗਏ। ਹੁਣ ਗੁਰਸੰਗਤ ਦੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਅੰਦਰ ਗੁਰੂ ਕੇ ਖਾਲਸੇ ਨੇ ਆਪਣੀਆਂ ਬੰਦੂਕਾਂ, ਆਪਣੇ ਤੀਰ, ਆਪਣੇ ਬਰਸ਼ੇ, ਇਹਨਾਂ ਸਭਨਾ ਚੀਜ਼ਾਂ ਨੂੰ ਦੁਬਾਰਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ।
ਬੜੀ ਬਹਾਦਰੀ ਦੇ ਨਾਲ ਗੁਰੂ ਕਾ ਖਾਲਸਾ ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਚਲਾਉਂਦਾ ਪਿਆ ਗੇ ਜੀ। ਦੁਆਰੇ ਹੋਰ ਚੱਲ ਪੈ ਤਕਾਏ ਸੱਤਰੇ। ਤੇ ਇਹ ਸਾਰੇ ਦਾ ਸਾਰਾ ਖਾਲਸਾ ਪੰਥ ਜਿਹੜਾ ਕਿ ਇਹਨਾਂ ਦੇ ਮਨ ਦੇ ਅੰਦਰ ਸਿਰਫ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਗੁਰਦੁਆਰਾ ਗਏ ਵੀ ਅਸੀਂ ਗੁਰਦੁਆਰਾ ਆਜ਼ਾਦ ਕਰਾਉਣਾ ਹੈ। ਇਸ ਪ੍ਰਕਾਰ ਕਵੀ ਜੀ ਲਿਖਦੇ ਕਿ ਆਪਣੇ ਦੁਸ਼ਮਣਾਂ ਨੂੰ ਪਿੱਛੇ ਨੂੰ ਧੱਕਦੇ ਹੋਏ ਗੁਰਸੰਗਤ ਜੀ ਬਾਬਾ ਦੀਪ ਸਿੰਘ ਦੀ ਅਗਵਾਈ ਅੰਦਰ ਸਿੰਘ ਜਿਹੜੇ ਨੇ ਉਹ ਗੁਰਦੁਆਰੇ ਵਾਲੇ ਪਾਸੇ ਤੁਰੇ ਜਾ ਰਹੇ। ਉਹ ਸਾਰੇ ਦੇ ਸਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਪਾਸੇ ਤੁਰੇ ਜਾ ਰਹੇ ਗਨ। ਖਾਨ ਸਾਬਰੇ ਅਲੀ ਜਹਾਨ ਖਾਨ ਹੈ। ਹੁਣ ਗੁਰਸੰਗਤ ਜੀ ਅਗਲੇ ਪਾਸੇ ਯਕੂਬ ਖਾਂ, ਇਹਦੇ ਨਾਲ ਸਾਬਰ ਅਲੀ ਤੇ ਨਾਲ ਭਾਈ ਸਾਹਿਬ ਜੀ ਨੇ ਸ਼ਬਦ ਵਰਤਿਆ ਕਿ ਜਹਾਨ ਖਾਂ। ਇਹ ਸਾਰੇ ਦੇ ਸਾਰੇ ਬੰਦੇ ਅੱਗੇ ਦੁਸ਼ਮਣ ਦਲ ਦੇ ਨੇ, ਯਕੂਬ ਖਾਂ, ਸਾਬਰ ਅਲੀ ਤੇ ਜਹਾਨ ਖਾਂ। ਗੁਰਸੰਗਤ ਜੀ ਇਹ ਦੁਸ਼ਮਣ ਦਲ ਦੇ ਅੱਗੋਂ ਮੁਖੀ ਜਰਨੈਲ ਖਾਨ ਜਦੋਂ ਉਹਨਾਂ ਨੇ ਇਹ ਵੇਖਿਆ ਵੀ ਸਾਡੀ ਤਾਂ ਇਹ ਚਾਲ ਵੀ ਨਹੀਂ ਚੱਲੀ, ਅਸੀਂ ਗਾਵਾਂ ਅੱਗੇ ਛੱਡੀਆਂ ਸੀ ਤੇ ਸੋਚਿਆ ਸੀ ਵੀ ਇਹਨਾਂ ਨੂੰ ਪਛਾਣ ਤੱਕ ਦਿਆਂਗੇ, ਪਰ ਖਾਲਸਾ ਇਸ ਚਾਲ ਚੋਂ ਵੀ ਸਾਡੀ ਚੋਂ ਨਿਕਲ ਗਿਆ ਨਾ, ਸਾਡੀ ਇਹ ਚਾਲ ਚੱਲੀ ਨਹੀਂ ਗਈ, ਸਫਲ ਨਹੀਂ ਹੋਈ। ਉਸ ਵਕਤ ਗੁਰਸੰਗਤ ਜੀ ਉਹਨਾਂ ਨੇ ਖਾਲਸੇ ਨੂੰ ਰੋਕਣ ਵਾਸਤੇ ਹੁਣ ਅੱਗੋਂ ਆਪਣੇ ਪੈਰ ਗੱਡ ਲਏ ਆ, ਅੱਗੋਂ ਆਪਣੇ ਪੈਰ ਕੱਢ ਲਏ ਤੇ ਗੁਰਸੰਗਤ ਜੀ ਐ ਅੱਗੋਂ ਆਪਣੇ ਪੈਰ ਗੱਡ ਕੇ ਉਹ ਸਾਰੇ ਦੇ ਸਾਰੇ ਖਾਲਸੇ ਪੰਥ ਦੇ ਸਾਹਮਣੇ ਅੜ ਗਏ ਗਨ। ਹੁਣ ਗੁਰਸੰਗਤ ਦੀ ਗੋਇਆ ਏਦਾਂ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਵੀ ਆਪਣੇ ਹੱਥ ਵਿੱਚ ਸ਼ਸਤਰ ਲੈ ਕੇ ਲੜਦੇ ਪਏ ਆ। ਬਾਬਾ ਦੀਪ ਸਿੰਘ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਆ ਗਿਆ ਯਕੂਬ ਖਾਂ। ਕਵੀ ਜੀ ਨੇ ਯਕੂਬ ਖਾਂ ਦਾ ਜ਼ਿਕਰ ਕੀਤਾ ਹੈ। ਖਾਲਸਾ ਜੀ ਧਿਆਨ ਦਿਓ, ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਯਕੂਬ ਖਾਂ ਨੂੰ ਵੰਗਾਰਿਆ ਗਏ, ਲਲਕਾਰਿਆ ਗਏ ਬਾਬਾ ਜੀ ਨੇ। ਤੇ ਗੁਰਸੰਗਤ ਦੀ ਬੜੀ ਚੜ੍ਹਦੀ ਕਲਾ ਦੇ ਨਾਲ ਉੱਚੀ ਆਵਾਜ਼ ਦੇ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਯਕੂਬ ਖਾਂ ਨੂੰ ਵੰਗਾਰਦੇ ਪਏ ਗਨ, ਯਕੂਬ ਖਾਂ ਨੂੰ ਲਲਕਾਰਦੇ ਪਏ ਗਨ। ਤੇ ਪਹਿਲਾਂ ਬਾਬਾ ਸਾਹਿਬ ਜੀ ਨੇ ਯਕੂਬ ਖਾਂ ਨੂੰ ਲਲਕਾਰਾ ਮਾਰਿਆ ਵੀ ਤਗੜਾ ਹੋ, ਹੁਣ ਮੇਰੇ ਤੀਰ ਆਏ। ਤੇ ਜਦੋਂ ਮਾੜਾ ਜਿਹਾ ਸਾਵਧਾਨ ਹੋ ਗਿਆ ਨਾ, ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੀ ਕਮਾਨ ਲੈ ਲਈ ਹੈ। ਵੇਖੋ ਜੀ, ਆਪਾਂ ਜੰਗ ਬਹੁਤ ਵਾਰ ਸੁਣੀ ਪਰ ਉਹਨਾਂ ਦੀ ਕਮਾਨ ਦਾ ਜ਼ਿਕਰ ਨਹੀਂ ਕਿਤੇ ਸੁਣਿਆ। ਆਪਾਂ ਸਿਰਫ 18 ਸ਼ੇਰ ਦਾ ਖੰਡਾ ਹੀ ਪੜ੍ਹਿਆ, ਪਰ ਥੋੜਾ ਜਿਹਾ ਧਿਆਨ ਦਿਓ, ਅੱਗੇ ਕੁਝ ਹੋਰ ਵੀ ਗੱਲਾਂ ਆਉਣ ਵਾਲੀਆਂ ਨੇ। ਉਂਝ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੇ ਵਿੱਚ ਨਾ ਕਿਸੇ ਵੀ ਜਗ੍ਹਾ ਤੇ ਕਮਾਨ ਵਿਖਾਈ ਨਹੀਂ ਗਈ। ਗੁਸਤਾਖੀ ਦੀ ਖਿਮਾ ਕਰਿਓ, ਜਿਹੜੀਆਂ ਨਵੀਆਂ ਬਣਾਈਆਂ ਜਾ ਰਹੀਆਂ ਉਹਨਾਂ 'ਚ ਖੰਡਾ ਵੀ ਨਹੀਂ ਜੀ ਹੈਗਾ। ਚਲੋ ਸਾਡੀ ਕੌਮ ਨੂੰ ਕਿਤੇ ਸਮੱਤ ਆਵੇ। ਭਾਈ ਸਾਹਿਬ ਦਾ ਪਿਆਰਾ ਬਚਨ ਗਏ, ਕਹਿੰਦੇ ਨੇ ਯਾਦ ਰੱਖੋ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੀ ਕਮਾਨ ਆਪਣੇ ਹੱਥ 'ਚ ਲੈ ਲਈ ਹੈ। ਤੇ ਗੁਰਸੰਗਤ ਜੀ ਕਮਾਨ ਆਪਣੇ ਹੱਥ ਦੇ ਵਿੱਚ ਲੈ ਕਰਕੇ ਨਾ, ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਏਦਾਂ ਤੀਰ ਚਲਾਏ ਜਿਵੇਂ ਮੀਂਹ ਵਰਦਾ, ਜਿਵੇਂ ਮੀਂਹ ਪੈਂਦਾ ਨਾ, ਮੀਂਹ ਵਾਂਗ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਯਕੂਬ ਖਾਂ ਦੇ ਉੱਪਰ ਤੀਰ ਚਲਾ ਦਿੱਤੇ ਗਨ। ਹੁਣ ਭਾਈ ਸਾਹਿਬ ਦਾ ਪਿਆਰਾ ਬਚਨ ਕਿ ਉਬੇ ਸੋ ਭੱਟ ਜੁੜ ਕੇ ਅਗਟ ਜੰਗ ਠੰਡ ਗਏ। ਗੁਰਸੰਗਤ ਜੀ ਇਹਦੇ ਨਾਲ ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਤਾਂ ਗੈਨ ਬੜੇ ਬਹਾਦਰ ਬਾਬਾ ਦੀਪ ਸਿੰਘ ਤੇ ਯਕੂਬ ਖਾਂ, ਇਹਨਾਂ ਦਾ ਆਪਸ ਵਿੱਚ ਮੁਕਾਬਲਾ ਹੋ ਗਿਆ ਤੇ ਹੁਣ ਲਗਾਤਾਰ ਦੋਵੇਂ ਸੂਰਮੇ ਜੰਗ ਲੜਦੇ ਪਏ। ਮਤਲਬ ਉਧਰ ਉਹ ਤੀਰ ਚਲਾਉਣ ਲੱਗ ਪਿਆ ਤੇ ਇਧਰਲੇ ਪਾਸਿਓਂ ਬਾਬਾ ਜੀ ਤੀਰ ਚਲਾਈ ਜਾ ਰਹੇ। ਦੋਵੇਂ ਸੂਰਮੇ ਲਗਾਤਾਰ ਜੰਗ ਲੜਦੇ ਪਏ ਨੇ, ਦੋਵਾਂ ਪਾਸਿਆਂ ਤੋਂ ਲਗਾਤਾਰ ਇੱਕ ਦੂਜੇ ਤੇ ਤੀਰ ਚਲਾਏ ਜਾ ਰਹੇ ਗਨ। ਹੁਣ ਗੁਰਸੰਗਤ ਦੀ ਅਗਲੇ ਪਾਸੇ ਜਿਹੜਾ ਦੁਸ਼ਮਣ ਹੈ ਨਾ, ਇਹਨੇ ਫੌਲਾਦੀ ਟੋਪ ਆਪਣੇ ਸਿਰ ਤੇ ਪਾਇਆ ਹੈ। ਚਲੋ ਸਿੱਖ ਨੇ ਤਾਂ ਟੋਪ ਪਾਉਣਾ ਹੀ ਕੀ, ਸਿੱਖ ਤਾਂ ਦਸਤਾਰ ਸਜਾਉਂਦਾ ਹੈ। ਬਾਬਾ ਸਾਹਿਬ ਜੀ ਨੇ ਦਮਾਲਾ ਸਜਾਇਆ ਸੀ, ਚੱਕਰ ਚੜਾਏ ਹੋਏ ਸਨ। ਬਾਬਾ ਦੀਪ ਸਿੰਘ ਜੀ ਨੇ ਦਮਾਲਾ ਸਜਾਇਆ ਤੇ ਚੱਕਰ ਚੜਾਏ ਹੋਏ। ਅਗਲੇ ਪਾਸੇ ਉਹਨੇ ਫੌਲਾਦੀ ਟੋਪ ਆਪਣੇ ਸਿਰ ਤੇ ਪਾਇਆ ਹੈ। ਸਾਰੇ ਦਾ ਸਾਰਾ ਸਰੀਰ ਉਹਨੇ ਆਪਣਾ ਲੋਹੇ ਨਾਲ ਮੜਿਆ ਹੋਇਆ। ਗੁਰਸੰਗਤ ਜੀ ਫੌਲਾਦੀ ਟੋਪ ਆਪਣੇ ਸਿਰ ਤੇ ਪਾਇਆ ਹੋਇਆ ਗੇ ਜੀ। ਗੁਰਸੰਗਤ ਜੀ ਦੋਵਾਂ ਪਾਸਿਆਂ ਤੋਂ ਤੀਰ ਚੱਲਦੇ ਗਏ। ਅਖੀਰ ਏਦਾਂ ਹੋਇਆ, ਭਾਈ ਗਿਆਨ ਸਿੰਘ ਜੀ ਲਿਖਦੇ ਆ ਕਿ ਗੁਰਸੰਗਤ ਜੀ ਉਹਦਾ ਮਤਲਬ ਯਕੂਬ ਖਾਂ ਦਾ ਤੀਰ ਚੱਲਿਆ ਤੇ ਬਾਬਾ ਜੀ ਦੇ ਘੋੜੇ ਦੇ ਵੱਜਾ ਤੇ ਬਾਬਾ ਜੀ ਦਾ ਘੋੜਾ ਸ਼ਹੀਦ ਹੋ ਗਿਆ।
ਜਦੋਂ ਬਾਬਾ ਦੀਪ ਸਿੰਘ ਜੰਗ ਅੰਦਰ ਕੁੱਦੇ ਨੇ ਉਦੋਂ ਘੋੜੇ ਤੇ ਸਵਾਰ ਸਨ, ਮਤਲਬ ਦਮਦਮਾ ਸਾਹਿਬ ਤੋਂ ਘੋੜੇ ਤੇ ਚੜ ਕੇ ਆਏ ਆ। ਬਾਬਾ ਸਾਹਿਬ ਜੀ ਦਾ ਤੀਰ ਚੱਲਿਆ ਤੇ ਯਕੂਬ ਖਾਂ ਦਾ ਘੋੜਾ ਵੀ ਮਰ ਗਿਆ। ਗਿਆਨੀ ਜੀ ਇਸ ਪ੍ਰਕਾਰ ਬਚਨ ਲਿਖਦੇ ਨੇ, ਉਹ ਕਹਿੰਦੇ ਨੇ ਮਰੇ ਕਿਕਾਨ ਦੋਏ ਕੇ, ਕਿਕਾਨ ਨਾਮ ਘੋੜੇ ਦਾ, ਦੋਵਾਂ ਦੇ ਘੋੜੇ ਮਰ ਗਏ, ਸ਼ਹੀਦ ਹੋ ਗਏ। ਪੁਨਾ ਖਰੋਏ ਕੇ ਫਿਰੇ, ਫਿਰ ਦੋਵੇਂ ਜਾਣੇ ਘੋੜਿਆਂ ਤੋਂ ਥੱਲੇ ਉਤਰ ਆਏ ਤੇ ਗੁਰਸੰਗਤ ਜੀ ਦੋਵਾਂ ਪਾਸਿਆਂ ਤੋਂ ਘੋੜੇ ਤੋਂ ਥੱਲੇ ਉਤਰੇ ਤੇ ਫਿਰ ਭਿੜ ਪਏ ਆਪਸ ਦੇ ਵਿੱਚ, ਬਾਬਾ ਜੀ ਤੇ ਯਕੂਬ ਖਾਂ। ਗੁਰਸੰਗਤ ਜੀ ਦੋਵੇਂ ਆਪਸ ਵਿੱਚ ਭਿੜ ਪਏ ਗਨ। ਤੀਰ ਹੱਥ ਵੱਤ ਹੋਵੇ ਉੱਬੇ ਜ਼ਮੀਨ ਪੈ ਗਿਰੇ। ਗੁਰਸੰਗਤ ਜੀ ਗੱਲ ਇੱਥੋਂ ਤੱਕ ਚਲੀ ਗਈ ਕਿ ਬਾਬਾ ਦੀਪ ਸਿੰਘ ਤੇ ਯਕੂਬ ਖਾਂ ਹੱਥੋਂ ਹੱਥੀ ਹੋ ਪਏ। ਤੁਹਾਨੂੰ ਭਾਵੇਂ ਇਹ ਗੱਲ ਓਪਰੀ ਲੱਗੇ ਵੀ ਭਾਈ ਸਾਹਿਬ ਅਸੀਂ ਤੇ ਇਹ ਪਹਿਲਾਂ ਸੁਣਿਆ ਨਹੀਂ, ਕਦੀ ਇਹ ਕਿੱਦਾਂ ਹੋ ਗਿਆ, ਪਰ ਮੈਂ ਵਾਰ-ਵਾਰ ਕਹਿਣਾ ਗਿਆਨੀ ਗਿਆਨ ਸਿੰਘ ਦੀ ਲਿਖਤ ਕੇ ਪੰਥ ਪ੍ਰਕਾਸ਼, ਤੇ ਇਹ ਉਹ ਪੰਥ ਪ੍ਰਕਾਸ਼ ਕੇ ਜਿਹੜਾ ਪੰਥ ਨੇ ਪ੍ਰਵਾਨ ਕੀਤਾ ਹੈ। ਕਹਿੰਦੇ ਸਭਨਾ ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਕਿਤੇ ਵੀ ਪੂਰੀ ਹੋ ਜਾਂਦੀ ਹੈ ਨਾ, ਜਿਹਦੀ ਆਪਾਂ ਰੋਜ਼ ਕਰਦੇ, ਉਦੋਂ ਬਾਅਦ ਫਿਰ ਇਹ ਗ੍ਰੰਥ ਸ਼ੁਰੂ ਹੁੰਦਾ ਹੈ ਜੀ। ਇਹਦੇ ਚੋਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਮਿਲਦਾ, ਇਹਦੇ ਚੋਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਮਿਲਦਾ, ਇਹਦੇ ਚੋਂ ਬਾਬਾ ਦੀਪ ਸਿੰਘ ਮਿਲਦਾ ਹੈ। ਗਿਆਨੀ ਗਿਆਨ ਸਿੰਘ ਦੀ ਲਿਖਤ ਕਹਿੰਦੀ ਗਏ ਕਿ ਉਦੋਂ ਬਾਅਦ ਫਿਰ ਦੋਵੇਂ ਸੂਰਮੇ ਜੜਿਆ ਉਹ ਹੱਥੋਂ ਹੱਥੀ ਹੋ ਪਏ ਆ। ਅਖੀਰ ਹੱਥ ਵੱਤ ਗਵੇ ਤੇ ਤੁਸੀਂ ਅੰਦਾਜ਼ਾ ਲਾਓ ਕਿ ਬਾਬਾ ਦੀਪ ਸਿੰਘ ਤਾਂ ਗਏ ਨਹੀਂ ਜਰਨੈਲ ਬੜੀ ਚੜ੍ਹਦੀ ਕਲਾ ਵਾਲੇ, ਅੱਗੋਂ ਯਕੂਬ ਖਾਂ ਕਿੱਡਾ ਕੋ ਵੱਡਾ ਜਰਨੈਲ ਹੋਵੇਗਾ। ਪਤਾ ਨਹੀਂ ਕਿੰਨਾ ਚਿਰ ਹੱਥੋਂ ਹੱਥੀ ਮੁੱਕੋ ਮੁੱਕੀ ਗੁੱਥਮ ਗੁੱਤਾ ਹੁੰਦੇ ਰਹੇ ਤੇ ਗੁਰਸੰਗਤ ਦੀ ਦੋਵਾਂ ਪਾਸਿਆਂ ਤੋਂ ਜਰਨੈਲ ਗੁੱਥਮ ਗੁੱਤਾ ਗੁੰਦੇ ਗਏ ਨਾ। ਫਿਰ ਅੱਗੇ ਕਵੀ ਜੀ ਲਿਖਦੇ ਨੇ, ਕਹਿੰਦੇ ਉਬੇ ਜ਼ਮੀਨ ਪੈ ਗਿਰੇ, ਦੋਵੇਂ ਪਾਸਿਆਂ ਦੇ ਸੂਰਮੇ ਧਰਤੀ ਤੇ ਡਿੱਗ ਪਏ। ਪਤਾ ਨਹੀਂ ਸਰੀਰ ਦਾ ਕਿੰਨਾ ਕੋ ਜ਼ੋਰ ਲੱਗ ਗਿਆ ਹੋਵੇਗਾ, ਕਿੰਨਾ ਕੋ ਬਲ ਲੱਗ ਗਿਆ ਹੋਵੇਗਾ ਤੇ ਗੁਰਸੰਗਤ ਜੀ ਗੁੱਥਮ ਗੁੱਤਾ ਗੁੰਦੇ ਹੋਏ, ਇੰਨਾ ਜ਼ਿਆਦਾ ਬਲ ਲੱਗ ਗਿਆ, ਜ਼ੋਰ ਲੱਗ ਗਿਆ ਸਰੀਰ ਦਾ ਕਿ ਬਾਬਾ ਦੀਪ ਸਿੰਘ ਜੀ ਤੇ ਯਕੂਬ ਖਾਂ ਦੋਵੇਂ ਸੂਰਮੇ ਧਰਤੀ ਤੇ ਡਿੱਗ ਪਏ। ਦੋਵਾਂ ਪਾਸਿਆਂ ਦੇ ਸੂਰਮੇ ਧਰਤੀ ਤੇ ਡਿੱਗ ਪਏ ਖਾਨਾ। ਹੁਣ ਬਸ ਇੱਥੇ ਜਾ ਕੇ ਇਹ ਫਰਕ ਹੈ, ਦੋਵਾਂ ਪਾਸਿਆਂ ਦੇ ਸੂਰਮੇ ਡਿੱਗ ਤਾਂ ਪਏ ਆ, ਲੇਕਿਨ ਡਿੱਗਣ ਤੋਂ ਬਾਅਦ ਬਾਬਾ ਦੀਪ ਸਿੰਘ ਫਿਰ ਬੜੇ ਜ਼ੋਰ ਦੀ ਗੱਜਿਆ ਆ ਗਏ, ਇੱਕਦਮ ਉੱਠ ਪਿਆ ਦੀ ਉਹ ਕਹਿੰਦੇ ਗਰਜ ਸਿੰਘ। ਬਾਬਾ ਦੀਪ ਸਿੰਘ ਗੱਜਿਆ, ਸ਼ੇਰ ਵਾਂਗ ਉਹਨੇ ਲਲਕਾਰਾ ਮਾਰਿਆ ਜੀ। ਕਹਿੰਦੇ ਗਰਜ ਸਿੰਘ ਗੱਜਿਆ, ਸਿੰਘ ਜਿਉਂ ਸ਼ੇਰ ਵਾਂਗ, ਜਿਵੇਂ ਸ਼ੇਰ ਭਬਕ ਮਾਰਦਾ ਹੈ ਤੇ ਸਾਰਾ ਜੰਗਲ ਡਰਾ ਕੇ ਰੱਖ ਦਿੰਦਾ ਹੈ ਨਾ। ਅੱਜ ਵਾਹਿਗੁਰੂ ਜੀ ਬੇਨਤੀ ਕਿਰਪਾ ਕਰਕੇ ਬੱਚਿਆਂ ਨੂੰ ਫੜ ਲਓ, ਉਹ ਤੇ ਇਦਾਂ ਭੱਜੇ ਫਿਰਦੇ ਵੀ ਜਿਵੇਂ ਕਥਾ ਹੋ ਹੀ ਨਹੀਂ ਰਹੀ ਹੁੰਦੀ। ਭਾਈ ਸਾਹਿਬ ਦਾ ਪਿਆਰਾ ਬਚਨ ਹੈ ਕਿ ਗਰਜ ਸਿੰਘ, ਕਿਉਂਕਿ ਕਥਾ ਉਦਾਂ ਦੀ ਚੱਲ ਰਹੀ ਆ ਤੇ ਉਹ ਵਿੱਚ ਆਪਣਾ ਰਾਮ ਰੌਲਾ ਪਾ ਰਹੇ ਆ, ਇਹ ਬੇਨਤੀ ਹੈ। ਕਵੀ ਜੀ ਕਹਿੰਦੇ ਗਰਜ ਸਿੰਘ ਦਿਓ ਬਾਬਾ ਦੀਪ ਸਿੰਘ ਸ਼ੇਰ ਵਾਂਗ ਗੱਜਿਆ ਗਏ। ਤੇ ਜਦੋਂ ਸ਼ੇਰ ਵਾਂਗ ਗੱਜਿਆ, ਹੁਣ ਅਗਲਾ ਬਚਨ ਸੁਣੋ, ਉਹ ਕਹਿੰਦੇ ਨੇ ਗੁਰਦ ਸ਼ੇਰ ਤੀਸ ਕਹੇ। ਬਾਬਾ ਦੀਪ ਸਿੰਘ ਜੀ ਦੇ ਕੋਲ ਇੱਕ ਗੁਰਜ ਹੈ ਜਿਹਦਾ ਭਾਰ 30 ਕਿਲੋ ਆ। ਫਿਰ ਸਮਝੋ ਇਹ ਕਿੱਡਾ ਕੋ ਵੱਡਾ ਸੂਰਮਾ ਹੋਵੇਗਾ ਬਾਬਾ ਦੀਪ ਸਿੰਘ। ਉਂਝ ਮੈਨੂੰ ਪਤਾ ਆਪਾਂ ਗੁਰਜ ਦਾ ਜ਼ਿਕਰ ਪਹਿਲਾਂ ਨਹੀਂ ਕਿਤੋਂ ਪੜਿਆ ਹੋਣਾ ਵੀ ਬਾਬਾ ਦੀਪ ਸਿੰਘ ਜੀ ਦੇ ਕੋਲ ਗੁਰਜ ਵੀ ਸੀ। ਚਲੋ ਗਿਆਨੀ ਜੀ ਨੇ ਬਤਨ ਲਿਖਿਆ, ਹੁਣ ਅੰਦਾਜ਼ਾ ਲਾ ਲਓ 30 ਕਿਲੋ ਦੀ ਗੁਰਜ ਉਹਨਾਂ ਲਿਖੀ ਆ। ਅੱਗੇ ਜਾ ਕੇ 18 ਸ਼ੇਰ ਦਾ ਖੰਡਾ ਆਵੇਗਾ, 30 ਤੇ 18 ਕਿੰਨੇ ਹੋ ਗਏ, 48 ਕਿਲੋ ਹੋ ਗਿਆ। ਤੇ ਬਾਕੀ ਉਹਨਾਂ ਦੇ ਕੋਲ ਕਿਰਪਾਨਾਂ, ਉਹਨਾਂ ਦੇ ਕੋਲ ਤੀਰ। ਤੁਸੀਂ ਇਦਾਂ ਲੈ ਲਓ ਵੀ ਲਗਭਗ 60-65 ਕਿਲੋ ਭਾਰ ਉਹਨਾਂ ਸਰੀਰ ਤੇ ਚੁੱਕਿਆ ਵਾ। ਤੇ ਇੰਨਾ ਭਾਰ ਚੁੱਕ ਕੇ ਵੀ ਬਜ਼ੁਰਗ ਅਵਸਥਾ ਦੇ ਵਿੱਚ ਦੁਸ਼ਮਣ ਨੂੰ ਲਲਕਾਰਦੇ ਪਏ ਆ ਤੇ ਝਗੜੇ ਤਗੜੇ ਸੂਰਮਿਆਂ ਨਾਲ ਯੁੱਧ ਲੜਦੇ ਪਏ। ਬਾਬਾ ਸਾਹਿਬ ਜੀ ਦੇ ਸਰੀਰਕ ਬਲ ਦਾ ਅਸੀਂ ਕਦੋਂ ਮੁਕਾਬਲਾ ਕਰਾਂਗੇ? ਇੰਨਾ ਕੋ ਭਾਰ ਜਿਹੜਾ ਨਾ 48 ਕਿਲੋ, ਅੱਗੇ 50 ਕਰ ਲਓ ਤੁਸੀਂ, 1.25 ਮਣ ਕਿਹਾ ਜਾਂਦਾ ਹੈ। ਇੰਨਾ ਕੋ ਭਾਰ ਲੈ ਕੇ ਬੰਦਾ ਮਸਾ ਤੁਰਦਾ ਹੀ ਆ, ਲੜਿਆ ਨਹੀਂ ਜਾਂਦਾ। ਪਰ ਭਾਈ ਸਾਹਿਬ ਜੀ ਜ਼ਿਕਰ ਕਰਦੇ ਆ, ਕਹਿੰਦੇ ਗਰਜ ਸਿੰਘ ਜਿਉ ਗੁਰਦ ਸ਼ੇਰ ਤੀਰ ਕਹਿ ਤੀਸ ਕਹੇ। ਬਾਬਾ ਜੀ ਇੱਕਦਮ ਭਬਕ ਮਾਰ ਕੇ ਉੱਠੇ, ਸ਼ੇਰ ਵਾਂਗ ਗਰਦੇ ਤੇ ਗੁਰਸੰਗਤ ਦੀ 30 ਕਿਲੋ ਦੀ ਗੁਰਦ ਜਿਹੜੀ ਗਏ। ਉਸ ਵੇਲੇ ਬਾਬਾ ਦੀਪ ਸਿੰਘ ਦੇ ਕੋਲ ਗਏ। ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥ 'ਚ ਗੁਰਜ ਲੈ ਕੇ ਨਾ ਦੋਵਾਂ ਹੱਥਾਂ ਦੇ ਨਾਲ ਫੜ ਕੇ ਤੇ ਐ ਤਾਂ ਖੜੀ ਜੀ। ਕਵੀ ਜੀ ਕਹਿੰਦੇ ਉਭਾਰ ਤਾਂ ਚੁੱਕ ਲਈ ਤੇ ਬੜੇ ਜ਼ਿਆਦੇ ਵੀਰ ਰਸ ਦੇ ਨਾਲ ਦੀ। ਹੁਣ ਤੁਸੀਂ ਅੰਦਾਜ਼ਾ ਲਾਓ ਵੀ 30 ਕਿਲੋ ਦੀ ਗੁਰਜ ਬਾਬਾ ਦੀਪ ਸਿੰਘ ਜੀ ਨੇ ਯਕੂਬ ਖਾਂ ਦੇ ਸਿਰ ਵਿੱਚ ਕਿੰਨੀ ਕੁ ਜ਼ੋਰ ਦੀ ਮਾਰੀ ਹੋਵੇਗੀ। ਕਿ ਕਵੀ ਜੀ ਕਹਿੰਦੇ ਪ੍ਰਕਾਰ ਕੀਨ ਚੂਰਨੰ ਸਟੋਬ ਮੂਡ ਖਾਨ ਕੋ।
ਬਾਬਾ ਸਾਹਿਬ ਜੀ ਨੇ ਉਹਦੇ ਸਿਰ ਵਿੱਚ ਗੁਰਦ ਮਾਰਿਆ ਤੇ ਸਮੇਤ ਟੋਪ ਦੇ ਯਕੂਬ ਖਾਨ ਦਾ ਸਿਰ ਚੂਰਨ ਕਰਕੇ ਰੱਖ ਦਿੱਤਾ ਹੈ, ਮਲੀਆ ਮੇਟ ਕਰ ਦਿੱਤਾ ਉਹਦੇ ਸਿਰ ਦਾ। ਇੰਨੀ ਜ਼ੋਰ ਦਾ ਉਸ ਮਹਾਂਪੁਰਖ ਨੇ ਗੁਰਜ ਮਾਰੀ ਯਕੂਬ ਖਾਨ ਦੇ ਸਿਰ 'ਚ ਵੀ ਫੌਲਾਦ ਦਾ ਟੋਪ ਪਾਇਆ ਉੱਤੇ, ਤੇ ਉਹਨਾਂ ਨੇ ਆਖਿਆ ਵੀ ਟੋਪ ਲਾ ਕੇ ਉੱਤੇ ਹੀ ਮਾਰ ਦਿੱਤਾ ਜੀ। ਇੰਨੀ ਜ਼ੋਰ ਦੀ ਮਾਰ ਦਿੱਤਾ ਉਹਨਾਂ ਨੇ ਗੁਰਜ ਯਕੂਬ ਖਾਨ ਦੇ ਸਿਰ ਅੰਦਰ ਕਿ ਕਵੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਸਮੇਤ ਟੋਪ ਦੇ ਉਸ ਬੰਦੇ ਦਾ ਚੂਰਮਾ ਕੁੱਟ ਕੇ ਰੱਖ ਦਿੱਤਾ, ਸਮੇਤ ਟੋਪ ਦੇ ਉਹਦਾ ਸਿਰ ਫੇਕ ਕੇ ਰੱਖ ਦਿੱਤਾ ਕਿ ਜੀ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਪ੍ਰਕਾਰ ਬਾਬਾ ਦੀਪ ਸਿੰਘ ਨੇ ਉਹਦਾ ਸਿਰ ਫੇਕ ਕੇ ਰੱਖ ਦਿੱਤਾ ਜਿਵੇਂ ਕਿਸੇ ਜਗ੍ਹਾ ਤੇ ਤਰਬੂਜ ਪਿਆ ਹੋਵੇ। ਚਲੋ ਖਰਬੂਜਾ ਸ਼ਬਦ ਲੈ ਲਓ, ਆਪਾਂ ਦਵਾਣਾ ਕਹਿ ਲਈਏ ਪੰਜਾਬੀ 'ਚ ਥੋੜਾ ਜਿਹਾ ਹੋਰ ਸੌਖਾ। ਤਰਬੂਜ ਦਵਾਣਾ ਪਿਆ ਹੋਵੇ ਤੇ ਆਪਾਂ ਜਾ ਕੇ ਕੋਈ ਥੋੜੀ ਜੀ ਚੀਜ਼ ਮਾਰ ਦਈਏ ਤਾਂ ਚੂਰ ਹੋ ਜਾਂਦਾ ਨਾ, ਖਿੱਲਰ ਜਾਂਦਾ ਚਾਰੇ ਪਾਸੇ ਤੇ ਵਿੱਚੋਂ ਨਿਕਲ ਕੇ ਸਮਾਨ ਵੀ ਖਿੱਲਰ ਜਾਂਦਾ ਹੈ। ਬਾਬਾ ਸਾਹਿਬ ਜੀ ਨੇ ਜਦੋਂ ਗੁਰਜ ਮਾਰੀ ਤਰਬੂਜ ਵਾਂਗ ਉਹਦਾ ਸਿਰ ਫੇਕ ਕੇ ਰੱਖ ਦਿੱਤਾ ਤੇ ਗੁਰਸੰਗਤ ਦੀ ਮਿੱਝ ਨਿਕਲ ਗਈ ਸਿਰ ਚੋਂ। ਸਾਰੇ ਦਾ ਸਾਰਾ ਜਿਹੜਾ ਸਿਰ ਦਾ ਸਮਾਨ ਗਏ, ਬਾਬਾ ਸਾਹਿਬ ਜੀ ਨੇ ਗੁਰਜ ਨਾਲ ਉਹਨੂੰ ਫੇਕ ਕੇ ਰੱਖ ਦਿੱਤਾ ਕਿ ਜੀ। ਹੁਣ ਗੁਰਸੰਗਤ ਦੀ ਜਦੋਂ ਉਹ ਮਾਰਿਆ ਗਿਆ ਨਾ ਬਾਬਾ ਦੀਪ ਸਿੰਘ ਜੀ ਦੇ ਕੋਲੋਂ, ਤੇ ਇਸ ਜੰਗ ਨੂੰ ਵੇਖਦਾ ਪਿਆ ਸੀ ਮੀਰ ਜਹਾਨ ਖਾਨ। ਬਾਬਾ ਸਾਹਿਬ ਜੀ ਦੇ ਇਸ ਵਾਰ ਨੂੰ ਵੇਖਦਾ, ਜਦੋਂ ਉਹਨੇ ਵੇਖਿਆ ਵੀ ਬਾਬਾ ਦੀਪ ਸਿੰਘ ਜੀ ਨੇ ਕੀਤਾ ਵਾਰ, ਹੋ ਸਕਦਾ ਵੀ ਉਹ ਪਤਾ ਨਹੀਂ ਨਾਂ ਜਾਣਦਾ ਕਿ ਨਹੀਂ ਜਾਣਦਾ, ਪਰ ਉਹਨੂੰ ਪਤਾ ਲੱਗ ਗਿਆ ਵੀ ਇੱਕ ਸਿੱਖ ਜਰਨੈਲ ਨੇ ਵਾਰ ਕੀਤਾ ਤੇ ਸਾਡੇ ਬੰਦੇ ਦਾ ਸਿਰ ਫੇਕ ਕੇ ਰੱਖ ਦਿੱਤਾ। ਉਹਨੂੰ ਗੁੱਸਾ ਚੜਿਆ, ਉਹਨੇ ਆਪਣਾ ਘੋੜਾ ਛੇੜਿਆ ਤੇ ਗਾਂਹ ਹੋਇਆ। ਗਿਆਨੀ ਜੀ ਪਿਆਰਾ ਬਚਨ ਲਿਖਦੇ ਨੇ, ਉਹ ਕਹਿੰਦੇ ਨਿਗਾਰ ਮੀਰ ਜਾਨ ਕਾਂ ਤੋਂ ਰੰਗ ਸ਼ੇਰ ਕੋ ਆਇਓ। ਆਇਓ ਮਤਲਬ ਆਉਣਾ। ਉਹਨੇ ਆਪਣਾ ਘੋੜਾ ਛੇੜਿਆ, ਅੱਡੀ ਲਾਈ ਤੇ ਗੁਰਸੰਗਤ ਜੀ ਆਪਣੇ ਘੋੜੇ ਨੂੰ ਛੇੜ ਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਆਇਆ ਗਏ। ਹੁਣ ਵਾਹ ਕਮਾਲ ਦੀ ਰਚਨਾ ਕਵੀ ਜੀ ਦੀ। ਤਾੜੀ ਮਾਰੀ ਜੀ ਉਹਨੇ ਹੱਥ ਤੇ ਨਾਲ ਬੱਦਲ ਵਾਂਗੂ ਗੱਜਿਆ ਤੇ ਕਹਿੰਦਾ ਵਾਹ ਵਾਹ ਦੀਪ ਸਿੰਘਾ, ਕਮਾਲ ਕਰ ਦਿੱਤੀ। ਹੈ ਦੁਸ਼ਮਣ ਪਰ ਭਾਈ ਸਾਹਿਬ ਜੀ ਕਹਿੰਦੇ ਨੇ ਸਮਾਨ ਮੇ ਗੱਜ ਬੱਦਲ ਵਾਂਗ ਗੱਜਿਆ, ਵਾਹ ਵਾਹ ਸਿੰਘ ਕੋ ਕਹਿਓ। ਤੇ ਬਾਬਾ ਸਾਹਿਬ ਜੀ ਨੂੰ ਕਹਿੰਦਾ ਵਾਹ ਵਾਹ, ਕਮਾਲ ਕਰ ਦਿੱਤੀ ਹੈ, ਵਾਹ ਵਾਹ, ਤੁਸੀਂ ਬਹੁਤ ਵੱਡਾ ਕਾਰਜ ਕੰਮ ਕਰ ਦਿੱਤਾ ਗਏ। ਪਰ ਇੱਥੇ ਗੱਲ ਮੁੱਕੀ ਨਹੀਂ। ਗੁਰਸੰਗਤ ਜੀ ਅਮੀਰ ਜਹਾਨ ਖਾਨ ਬਾਬਾ ਦੀਪ ਸਿੰਘ ਨੂੰ ਕਹਿੰਦਾ ਹੁਣ ਮੇਰੇ ਮਨ ਦੀ ਇੱਛਾ ਵਾ ਵੀ ਮੈਂ ਵੀ ਤੁਹਾਡੇ ਨਾਲ ਜੰਗ ਲੜਾਂ, ਮੇਰਾ ਦਿਲ ਕਰਦਾ ਵੀ ਤੁਸੀਂ ਮੇਰੇ ਨਾਲ ਜੰਗ ਲੜੋ। ਉਹਦਾ ਮਤਲਬ ਸੀ ਵੀ ਉਹਨੂੰ ਤੇ ਮਾਰਤਾ ਸਵਾਦ ਤੇ ਤਾਂ ਜੇ ਮੈਨੂੰ ਵੀ ਮਾਰੋਗੇ ਤੇ। ਬਾਬਾ ਦੀਪ ਸਿੰਘ ਨੂੰ ਕਹਿੰਦਾ ਮੇਰੀ ਇੱਛਾ ਹੈ ਤੁਸੀਂ ਮੇਰੇ ਨਾਲ ਜੰਗ ਲੜੋ, ਮੈਂ ਤੁਹਾਡੇ ਨਾਲ ਲੜਾਂ, ਤੇ ਮੇਰੀ ਬੇਨਤੀ ਹੈ ਕਿਰਪਾ ਕਰਕੇ ਮੇਰੀ ਇਹ ਇੱਛਾ ਪੂਰੀ ਕੀਤੀ ਜਾਵੇ। ਮਤਲਬ ਮੇਰੇ ਨਾਲ ਜੰਗ ਤੁਸੀਂ ਲੜੋ ਦੀ ਖੁਦ, ਕਿਰਪਾ ਕਰਕੇ ਮੇਰੇ ਨਾਲ ਜੰਗ ਲੜਿਆ ਜਾਵੇ ਜੀ। ਤੇ ਨਾਲ ਨਾ ਇੱਕ ਤਾਨਾ ਮਾਰਿਆ, ਜਿਵੇਂ ਬੋਲੀ ਮਾਰੀ, ਚਲੋ ਤਾਨਾ ਨਾ ਕੋ ਬੋਲੀ ਕਹਿ ਲੋ। ਕਹਿੰਦਾ ਸੱਚਾ ਸਿੰਘ ਮੈਂ ਦੀਪ ਸਿੰਘਾ ਤੈਨੂੰ ਤਾਂ ਹੀ ਮੰਨੂਗਾ ਜੇ ਮੇਰੇ ਨਾਲ ਵੀ ਜੰਗ ਲੜੇਗਾ। ਤੇ ਜੇ ਮੇਰੇ ਨਾਲ ਨਾ ਲੜਿਆ ਤੇ ਮੈਂ ਕਹੂੰਗਾ ਐਵੇਂ ਨਾ ਹੀ ਸਿੰਘ ਰਖਾਇਆ ਇਹਨੇ। ਉਹਨੇ ਆਖਿਆ ਤੁਮਾਰ ਸਿੰਘ ਨਾਮ ਸਾਧ ਦੇ ਲੜੇ ਹੂੰ ਤੂਰਨੰ, ਜੇ ਮੇਰੇ ਨਾਲ ਤੁਰੰਤ ਹੁਣੇ ਹੀ ਲੜੇ ਨਾ ਤੇ ਫਿਰ ਮੈਂ ਮੰਨ ਲਵਾਂਗਾ ਵੀ ਤੂੰ ਸੱਚੀ ਖਾਲਸਾ ਵਾ, ਸੱਚੀ ਸਿੰਘ ਆ। ਜੇ ਮੇਰੇ ਨਾਲ ਮੁਕਾਬਲਾ ਕਰ ਲਵੇਂਗਾ ਤੇ ਫਿਰ ਹੀ ਤੈਨੂੰ ਖਾਲਸਾ ਮੰਨਾਂਗਾ ਜੀ। ਹੁਣ ਗੁਰਸੰਗਤ ਜੀ ਹੋਇਆ ਏਦਾਂ ਵੀ ਉਹ ਬਾਬਾ ਦੀਪ ਸਿੰਘ ਜੀ ਦੇ ਨਾਲ ਏਦਾਂ ਗੱਲਾਂ ਕਰਦਾ ਪਿਆ ਵਾ। ਤਬੇ ਸਕੋਪ ਨੌਦ ਸਿੰਘ ਗਿੱਲ ਅਸਵ ਸ਼ੇਰ ਕਹੇ। ਬਾਬਾ ਨੌਦ ਸਿੰਘ ਉਹ ਬੜਾ ਵੀਰ ਰਸ ਨਾਲ ਭਰ ਗਿਆ ਤੇ ਬਾਬਾ ਨੌਦ ਸਿੰਘ ਸਾਹਿਬ ਜੀ ਨੇ ਗੁਰਸੰਗਤ ਜੀ ਉਸ ਵਕਤ ਫਿਰ ਆਪਣੇ ਘੋੜੇ ਨੂੰ ਛੇੜਿਆ ਗਏ। ਉਹਨੂੰ ਪਤਾ ਸੀ ਕਿ ਬਾਬਾ ਸਾਹਿਬ ਜੀ ਜੰਗ ਲੜਦੇ ਆ, ਉਹਨੇ ਬਾਬਾ ਦੀਪ ਸਿੰਘ ਨੂੰ ਹੀ ਮੰਗਾਰਿਆ, ਪਰ ਬਾਬਾ ਨੌਦ ਸਿੰਘ ਨੇ ਆਪਣਾ ਘੋੜਾ ਛੇੜਿਆ, ਬੜਾ ਜ਼ਿਆਦਾ ਕ੍ਰੋਧ ਨਾਲ ਭਰ ਕੇ ਨਾ ਆਪਣਾ ਘੋੜਾ ਛੇੜ ਕੇ ਤੇ ਅਮੀਰ ਜਾਨ ਖਾਨ ਦੇ ਸਾਹਮਣੇ ਆ ਗਿਆ। ਭਾਈ ਸਾਹਿਬ ਨੇ ਸ਼ਬਦ ਲਿਖਿਆ ਵਾ, ਅਮੀਰ ਜਾਨ ਖਾਨ ਸੋ ਪ੍ਰਿਓ ਮਹਾਨ ਟੇਰ ਕਹਿ। ਟੇਰ ਦਾ ਅਰਥ ਕੇ ਬੋਲਣਾ, ਲਲਕਾਰਨਾ ਕਿਸੇ ਨੂੰ ਵੀ ਤਗੜਾ ਹੋ ਮੈਂ ਆਇਆ ਹੀ ਹੋਣਾ। ਇਸ ਪ੍ਰਕਾਰ ਬਾਬਾ ਨੌਦ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਗੁਰਸੰਗਤ ਜੀ ਅਮੀਰ ਜਹਾਨ ਖਾਨ ਨੂੰ ਵੰਗਾਰਿਆ, ਲਲਕਾਰਿਆ, ਉਹਨੂੰ ਦੱਸ ਦਿੱਤਾ ਵੀ ਤਗੜਾ ਹੋ, ਦੀਪ ਸਿੰਘ ਤੋਂ ਪਹਿਲਾਂ ਮੇਰੇ ਨਾਲ ਜੰਗ ਕਰ ਤੇ ਤੇਰਾ ਮੁਕਾਬਲਾ ਕਰਨ ਵਾਸਤੇ ਮੈਂ ਹਾਜ਼ਰ ਹੋ ਗਿਆ।
ਝਾੜਹੀ। ਹੁਣ ਗੁਰਸੰਗਤ ਦੀ ਭਾਈ ਸਾਹਿਬ ਦੀ ਕਹਿੰਦੇ ਗੱਲ ਇੱਥੋਂ ਤੱਕ ਚਲੀ ਗਈ ਵੀ ਦੋਵਾਂ ਪਾਸਿਆਂ ਦੇ ਸੂਰਮੇ ਜਿਹੜੇ ਉਹਨਾਂ ਕਮਾਨਾਂ ਲੈ ਲਈਆਂ ਆਪਣੇ ਹੱਥਾਂ 'ਚ। ਇੱਕ ਪਾਸੇ ਬਾਬਾ ਨੌਦ ਸਿੰਘ ਸਾਹਿਬ ਜੀ। ਚਲੋ ਥੋੜਾ ਜਿਹਾ ਇਹਨੂੰ ਹੋਰ ਸਮਝੋ। ਅੱਜ ਤਾਂ ਸਾਡਾ ਖਾਲਸਾ ਬੰਦ ਪਤਾ ਨਹੀਂ ਕਿੱਧਰ ਨੂੰ ਤੁਰ ਗਿਆ। ਯਾਦ ਰੱਖੋ ਇੰਨੀ ਬਹਾਦਰੀ ਸੀ ਖਾਲਸੇ 'ਚ ਤੇ ਇੰਨਾ ਪਿਆਰ ਖਾਲਸੇ 'ਚ। ਕੱਲ ਆਪਾਂ ਸੁਣਿਆ ਵੀ ਜਿਹੜਾ ਬੰਦਾ ਬਾਬਾ ਜੀ ਦੇ ਸਾਹਮਣੇ ਆਇਆ, ਬਾਬਾ ਜੀ ਤੋਂ ਪਹਿਲਾਂ ਭਾਈ ਦਇਆਲ ਸਿੰਘ ਉਹਦੇ ਗਲ ਪੈ ਗਿਆ ਜਾ ਕੇ। ਅੱਜ ਆਪਾਂ ਸੁਣ ਰਹੇ ਹਾਂ ਵੀ ਜਦੋਂ ਮੀਰ ਜਹਾਂ ਖਾਨ ਬਾਬਾ ਦੀਪ ਸਿੰਘ ਨੂੰ ਵੰਗਾਰਦਾ ਪਿਆ, ਨੌਦ ਸਿੰਘ ਅੱਗੇ ਹੁੰਦਾ ਵੀ ਪਹਿਲਾਂ ਮੇਰੇ ਨਾਲ ਗੱਲ ਕਰ। ਇਹ ਵੀ ਆਪਸ ਵਿੱਚ ਪਿਆਰ ਗਿਆ, ਆਪਣੇ ਭਰਾਵਾਂ ਤੋਂ ਜਾਨ ਤੱਕ ਦੇ ਦਿੰਦੇ ਸਨ ਸਿੰਘ। ਇੰਨਾ ਪਿਆਰ ਆਪਸ ਵਿੱਚ, ਆਪਣੇ ਭਰਾਵਾਂ ਤੋਂ ਜਾਨ ਤੱਕ ਦੇ ਦਿੰਦੇ। ਜਿੱਥੇ ਇੱਕ ਭਰਾ ਨੇ ਖੂਨ ਪਸੀਨਾ ਡੋਲਿਆ, ਦੂਜਾ ਖੂਨ ਡੋਲ ਦਿੰਦਾ ਖਾਲਸੇ ਦੇ ਵਿੱਚ। ਅੱਜ ਕੱਲ ਤਾਂ ਕਹਿੰਦੇ ਚਲੋ ਉਹਦੀ ਗੱਲ ਆਪੇ ਨਿਬੜੂ, ਆਪਾਂ ਕੀ ਲੈਣਾ। ਗੁਰਸੰਗਤ ਜੀ ਭਾਈ ਸਾਹਿਬ ਦਾ ਪਿਆਰਾ ਬਚਨ ਗਏ, ਕਹਿੰਦੇ ਨੇ ਕਮਾਨ ਤਾਣ ਤਾਣ ਕੇ ਤਕਾਏ ਬਣ ਝਾੜ ਹੀ। ਦੋਵਾਂ ਪਾਸਿਆਂ ਤੋਂ ਕਮਾਨਾਂ ਖਿੱਚ ਖਿੱਚ ਕੇ, ਤੰਦੀਆਂ ਤੇ ਚਾੜ ਚਾੜ ਕੇ ਤੀਰ ਗੁਰਸੰਗਤ ਦੇ ਇੱਕ ਦੂਜੇ ਵੱਲ ਛੱਡੇ ਜਾ ਰਹੇ ਹਨ। ਉਧਰਲੇ ਪਾਸੇ ਪਠਾਨ ਖਲੋਤੇ ਆ, ਜਿਨ੍ਹਾਂ ਨੂੰ ਮੀਰ ਜਹਾਨ ਖਾਨ ਦੀ ਬਹਾਦਰੀ ਤੇ ਬੜਾ ਮਾਣ ਆ ਵੀ ਇਹ ਲੈ ਡੁੱਬੂਗਾ ਅੱਜ ਸਾਹਮਣੇ ਵਾਲਿਆਂ ਨੂੰ। ਤੇ ਇਧਰਲੇ ਪਾਸੇ ਬਾਬਾ ਇਹ ਖਾਲਸਾ ਖਲੋਤਾ ਵਾ, ਜਿਹੜੇ ਬਾਬਾ ਨੌਦ ਸਿੰਘ ਨੂੰ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਵੀ ਮੀਰ ਜਹਾਨ ਖਾਨ ਨੌਦ ਸਾਹਿਬ ਦੇ ਸਾਹਮਣੇ ਕੁਝ ਵੀ ਨਹੀਂਗਾ, ਇਹ ਲੈ ਡੁੱਬੇਗਾ ਉਹਨੂੰ। ਉਧਰਲੇ ਪਾਸੇ ਉਹ ਪਠਾਨ ਖਲੋ ਕੇ ਵੇਖਦੇ ਪਏ ਆ, ਇਧਰਲੇ ਪਾਸਿਓਂ ਸਿੰਘ ਖਲੋ ਕੇ ਵੇਖਦੇ ਪਏ ਆ। ਤੇ ਮੁਕਾਬਲਾ ਜਹਾਨ ਖਾਨ ਤੇ ਇਹ ਗੁਰਸੰਗਤ ਜੀ ਮੀਰ ਜਹਾਨ ਖਾਨ ਤੇ ਇਸੇ ਪ੍ਰਕਾਰ ਬਾਬਾ ਨੌਦ ਸਿੰਘ ਜੀ ਦੇ ਵਿੱਚ ਹੁੰਦਾ ਪਿਆ ਗਏ। ਕਵੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਮੁੱਖ ਦੀ ਗੱਲ ਇਹ ਵੀ ਪਹਿਲਾਂ ਵਾਲੀ ਘਟਨਾ ਘਟੀ, ਦੋਵਾਂ ਪਾਸਿਆਂ ਤੋਂ ਤੀਰ ਚੱਲੇ ਤੇ ਦੋਵਾਂ ਸੂਰਮਿਆਂ ਦੇ ਘੋੜੇ ਧਰਤੀ ਤੇ ਡਿੱਗ ਪਏ। ਬਾਬਾ ਨੌਦ ਸਿੰਘ ਜੀ ਦਾ ਵੀ ਤੇ ਅੱਗੋਂ ਮੀਰ ਜਹਾਨ ਖਾਨ ਦਾ ਵੀ। ਗੁਰਸੰਗਤ ਦੀ ਦੋਵਾਂ ਪਾਸਿਆਂ ਦੇ ਘੋੜੇ ਡਿੱਗੇ। ਤੁਸੀਂ ਏਦਾਂ ਸਮਝ ਲਓ ਵੀ ਇਹ ਜੰਗ ਉੱਥੇ ਹੁੰਦੀ ਪਈ ਜਿੱਥੇ ਬਾਬਾ ਨੌਦ ਸਿੰਘ ਦਾ ਸਮਾਧਾ ਬਣਿਆ, ਸੜਕ ਦੇ ਉੱਪਰ ਹੀ ਬਣਿਆ, ਉੱਥੇ ਇੱਕ ਜੰਗ ਹੁੰਦੀ ਪਈ ਹੈ। ਗੁਰਸੰਗਤ ਜੀ ਇਸ ਪ੍ਰਕਾਰ ਦੋਵਾਂ ਪਾਸਿਆਂ ਦੇ ਘੋੜੇ ਧਰਤੀ ਤੇ ਡਿੱਗ ਪਏ ਹਨ। ਗੁਰਸੰਗਤ ਜੀ ਦੋਵਾਂ ਪਾਸਿਆਂ ਦੇ ਸੂਰਮੇ ਸਿਰੇ ਦੇ ਪਟੇ ਬਾਜ ਆ। ਸਾਨੂੰ ਤਾਂ ਚੱਜ ਨਾਲ ਸੋਟੇ ਨਹੀਂ ਫੜਨੀ ਆਉਂਦੀ, ਉਹ ਪਲੱਥੇ ਬਾਜ ਨੇ, ਗਤਕਾ ਖੇਡਣਾ ਜਾਣਦੇ। ਦੋਵਾਂ ਪਾਸਿਆਂ ਦੇ ਜਰਨੈਲ ਸਿੱਖੇ ਹੋਏ ਆ। ਤੇ ਨਾਲ ਉਹਨਾਂ ਆਖਿਆ ਬਲੀ ਲੜਾਕ 100 ਗੁਣਾ ਲੜਾਕੇ ਨੇ। ਇਹ ਲੜਨ ਦਾ ਕੱਲਾ ਕੱਲਾ ਦਾ ਪੇਜ ਦੋਵੇਂ ਸੂਰਮੇ ਜਾਣਦੇ, ਬੜੇ ਬਲੀ ਤੇ ਦੋਵਾਂ ਪਾਸਿਆਂ ਦੇ ਸੂਰਮੇ 100 ਗੁਣਾ ਲੜਾਕੇ ਗਨ। ਭਾਈ ਸਾਹਿਬ ਜੀ ਕਹਿੰਦੇ ਸਰੋਹ ਲੋਹ ਮੈਂ ਬੜੇ। ਦੋਵਾਂ ਨੇ ਸਰੀਰਾਂ ਦੇ ਉੱਪਰ ਲੋਹੇ ਦੇ ਕੋਟ ਪਾਏ, ਜਿਹਨੂੰ ਸੰਜੋ ਕਹਿੰਦੇ ਆਪਾਂ। ਗੁਰਸੰਗਤ ਦੀ ਉਹਨਾਂ ਨੇ ਪਾਏ ਆ ਕੋਟ ਸੰਜੋ। ਬੜੇ ਕਿਰਪਾਨ ਬਾਹਨੇ, ਕਿਰਪਾਨ ਦਾ ਵਾਰ ਕਿੱਦਾਂ ਕੀਤਾ ਜਾਣਾ ਇਹ ਪੜ੍ਹਾਈ ਦੋਵਾਂ ਨੇ ਕੀਤੀ ਹੈ। ਉਸਤਾਦ ਕੋਲੋਂ ਦੋਵੇਂ ਸਿੱਖਿਆ ਵੀ ਕਿਰਪਾਨ ਚਲਾਉਣੀ ਕਿੱਦਾਂ ਤੇ ਕਿਰਪਾਨ ਦਾ ਵਾਰ ਰੋਕਣਾ ਕਿੱਦਾਂ ਵਾ। ਇਸ ਗੱਲ ਨੂੰ ਬਾਬਾ ਨੌਦ ਸਿੰਘ ਜੀ ਤੇ ਮੀਰ ਜਹਾਂ ਖਾਨ ਵੀ ਜਾਣ। ਦੋਵਾਂ ਪਾਸਿਆਂ ਦੇ ਸੂਰਮੇ ਇਹਨਾਂ ਗੱਲਾਂ ਨੂੰ ਜਾਣਦੇ ਹਨ। ਹੁਣ ਗੁਰਸੰਗਤ ਜੀ ਦੋਵਾਂ ਪਾਸਿਆਂ ਦੀਆਂ ਕਿਰਪਾਨਾਂ ਢਾਲਾਂ ਤੇ ਇਦਾਂ ਵੱਜਦੀਆਂ ਪਈਆਂ ਜਿਵੇਂ ਠਠਿਆਰ ਭਾਂਡੇ ਘੜਦਾ ਵਾ ਨਾ, ਉਹਦਾ ਖੜਕ ਟਕ ਟਕ ਲਗਾਤਾਰ ਹੋਈ ਜਾਂਦੀ ਹੈ, ਸਾਹ ਹੀ ਨਹੀਂ ਲੈਂਦਾ। ਇਸ ਪ੍ਰਕਾਰ ਦੋਵਾਂ ਪਾਸਿਆਂ ਤੋਂ ਕਿਰਪਾਨਾਂ ਢਾਲਾਂ ਤੇ ਕਿਰਪਾਨਾਂ ਤੇ ਵੱਜਦੀਆਂ ਪਈਆਂ ਹਨ। ਹੁਣ ਗੁਰਸੰਗਤ ਦੀ ਮੁੱਖ ਦੀ ਗੱਲ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਦੋਵਾਂ ਪਾਸਿਆਂ ਦੀਆਂ ਕਿਰਪਾਨਾਂ ਟੁੱਟ ਗਈਆਂ ਤੇ ਉਹਨਾਂ ਦੇ ਹੱਥਾਂ 'ਚ ਮੁੱਠੇ ਹੀ ਰਹਿ ਗਏ ਇਕੱਲੇ। ਕਿੰਨਾ ਕੁ ਯੁੱਧ ਲੜਿਆ ਹੋਊਗਾ, ਕਿੰਨਾ ਕੁ ਬਹਾਦਰੀ ਨਾਲ ਲੜਿਆ ਹੋਊਗਾ। ਦੋਵਾਂ ਪਾਸਿਆਂ ਦੀਆਂ ਕਿਰਪਾਨਾਂ ਟੁੱਟ ਕੇ ਧਰਤੀ ਤੇ ਡਿੱਗ ਪੈਂਦਾ ਤੇ ਗੁਰਸੰਗਤ ਜੀ ਦੋਵੇਂ ਪਾਸੇ ਮੁੱਠੇ ਉਹਨਾਂ ਦੇ ਹੱਥਾਂ ਅੰਦਰ ਰਹਿ ਕੇ ਗਨ। ਹੁਣ ਗੁਰਸੰਗਤ ਜੀ ਕਵੀ ਜੀ ਲਿਖਦੇ ਉਸ ਤੋਂ ਬਾਅਦ ਇਹ ਦੋਵੇਂ ਸੂਰਮੇ ਜਿਹੜੇ ਸਨ ਨਾ, ਬਾਬਾ ਨੌਦ ਸਿੰਘ ਤੇ ਮੀਰ ਜਹਾਂ ਖਾਨ, ਇਹ ਤੇ ਫੇਰ ਅੱਜ ਮੁੜ ਕੇ ਬਚਨ ਆਇਆ, ਕਹਿੰਦੇ ਇਹਨਾਂ ਦੋਵਾਂ ਦਾ ਡੰਡਿਆਂ ਨਾਲ ਜੰਗ ਸ਼ੁਰੂ ਹੋ ਗਿਆ। ਫਿਰ ਡੰਡਿਆਂ ਨਾਲ, ਉਹਨਾਂ ਕੋਲ ਡੰਡੇ ਸਨ, ਦੋਵਾਂ ਪਾਸਿਓਂ ਡਾਂਗਾਂ ਚਲਣੀਆਂ ਸ਼ੁਰੂ ਹੋ ਗਈਆਂ ਤੇ ਦੋਵਾਂ ਪਾਸਿਆਂ ਤੋਂ ਗੁਰਸੰਗਤ ਦੀ ਉਹ ਯੁੱਧ ਜਿਹੜਾ ਕਿ ਉਹ ਸ਼ੁਰੂ ਹੋ ਗਿਆ। ਦੋਵਾਂ ਪਾਸਿਆਂ ਤੋਂ ਇਹ ਯੁੱਧ ਜਿਹੜਾ ਕਿ ਉਹ ਸ਼ੁਰੂ ਹੋ ਚੁੱਕਾ ਹੈ। ਬਸ ਸਾਹਿਬ ਜੀ ਨੇ 2 ਮਿੰਟ ਧਿਆਨ ਦੇਣਾ, ਫਿਰ ਸਮਾਪਤੀ ਹੈ। ਕਹਿੰਦੇ ਇਸ ਪ੍ਰਕਾਰ ਗੁੱਥਮ ਗੁੱਤਾ ਹੁੰਦੇ, ਡੰਡਿਆਂ ਦਾ ਜੰਗ ਹੁੰਦਾ ਹੋਇਆ। ਕਦੇ ਕੋਈ ਸੂਰਮਾ ਧਰਤੀ ਤੇ ਡਿੱਗ ਪੈਂਦਾ ਤੇ ਫਿਰ ਉੱਠ ਪੈਂਦਾ, ਦੂਜਾ ਡਿੱਗ ਪੈਂਦਾ ਤੇ ਫਿਰ ਉੱਠ ਪੈਂਦਾ।
ਇਸ ਪ੍ਰਕਾਰ ਵਾਰ-ਵਾਰ ਧਰਤੀ ਤੇ ਡਿੱਗਦੇ ਪਏ ਨੇ ਤੇ ਵਾਰ-ਵਾਰ ਫੇਰ ਉੱਠਦੇ ਪਏ ਗਾਨਾ। ਇਸ ਜੋਏ ਟਾਲ ਕਾਲੇ ਬਿਹਾਲ ਹੋਏ ਘਰੇ। ਗੁਰ ਸੰਗਤ ਦੀ ਇਹਨਾਂ ਕੋ ਬਾਬਾ ਨੌਧ ਸਿੰਘ ਤੇ ਮੀਰ ਜਹਾਂ ਖਾਂ ਦਾ ਮੁਕਾਬਲਾ ਹੋਇਆ। ਤੁਸੀਂ ਅੰਦਾਜ਼ਾ ਲਾਓ ਵੀ ਉਹਨਾਂ ਦੇ ਸਰੀਰਾਂ ਤੇ ਪਾਈਆਂ ਹੋਈਆਂ ਸੰਜੋਵਾਂ ਵੀ ਟੁੱਟ ਗਈਆਂ, ਲੋਹੇ ਦੇ ਪਾਏ ਹੋਏ ਕੋਡ ਟੁੱਟ ਗਏ, ਨਾਲ ਕਵੀ ਜੀ ਕਹਿੰਦੇ ਹੱਥਾਂ ਵਿੱਚ ਫੜੀਆਂ ਹੋਈਆਂ ਢਾਲਾਂ ਵੀ ਟੁੱਟ ਗਈਆਂ। ਇੰਨਾ ਕੋ ਸਿਖਰ ਦਾ ਯੁੱਧ ਹੋਇਆ। ਟੁੱਟੀ ਸੰਜੋਏ ਢਾਲ ਘਾਏ ਲੈ ਬੇਗਾਲ ਹਵਾਏ ਪਰੇ। ਗੁਰ ਸੰਗਤ ਦੀ ਦੋਵਾਂ ਪਾਸਿਆਂ ਦੇ ਸੂਰਮੇ ਜਿਹੜੇ ਨਾ ਉਹਨਾਂ ਦੀਆਂ ਢਾਲਾਂ ਟੁੱਟ ਗਈਆਂ, ਸੰਜੋਵਾਂ ਟੁੱਟ ਗਈਆਂ, ਘਾਇਲ ਹੋ ਕੇ ਸੂਰਮੇ ਫਿਰ ਧਰਤੀ ਤੇ ਡਿੱਗ ਪਏ ਗਾਨਾ। ਗੁਰ ਸੰਗਤ ਦੀ ਅਖੀਰ ਇੱਕ ਵਾਰੀ ਧਰਤੀ ਤੇ ਡਿੱਗ ਪਏ ਦੋਵੇਂ ਸੂਰਮੇ, ਫਿਰ ਉੱਠ ਪਏ। ਬਾਬਾ ਨੌਧ ਸਿੰਘ ਸਾਹਿਬ ਜੀ ਤੇ ਅਮੀਰ ਜਹਾਂ ਖਾਂ ਫਿਰ ਉੱਠ ਪਏ। ਗੁਰ ਸੰਗਤ ਦੀ ਇਹਨਾਂ ਦੋਵਾਂ ਨੇ ਫਿਰ ਬੜਾ ਭਾਰੀ ਯੁੱਧ ਜਿਹੜਾ ਕਿ ਉਹ ਫਿਰ ਸ਼ੁਰੂ ਕਰ ਦਿੱਤਾ, ਪੂਰੀ ਸੁੱਧ ਬੁੱਧ ਦੇ ਨਾਲ ਤੇ ਬੜੇ ਕ੍ਰੋਧ ਨਾਲ ਦੋਵੇਂ ਸੂਰਮੇ ਫਿਰ ਜੰਗ ਸ਼ੁਰੂ ਕਰਦੇ ਪਏ ਗਾਨਾ। ਗੁਰ ਸੰਗਤ ਦੀ ਬੜੇ ਧੀਰਜ ਨਾਲ ਦੋਵੇਂ ਸੂਰਮੇ ਜੰਗ ਲੜਦੇ ਪਏ ਤੇ ਦੋਵਾਂ ਪਾਸਿਆਂ ਤੋਂ ਬਹੁਤ ਵੱਡੀ ਭੀੜ ਉਹਨਾਂ ਨੂੰ ਵੇਖਦੀ ਪਈ ਗਏ। ਅਖੀਰ ਫਿਰ ਦੋਵਾਂ ਨੇ ਕਟਾਰਾਂ ਕੱਢ ਲਈਆਂ। ਵੈਸੇ ਕਟਾਰ ਜਿਹੜੀ ਨੂੰ ਬੁੱਕਲ ਦਾ ਹਥਿਆਰ ਕਿਹਾ ਜਾਂਦਾ, ਜ਼ਿਆਦਾਤਰ ਇਹ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਇਹ ਹਥਿਆਰ ਵਰਤਿਆ ਜਾਂਦਾ ਕਟਾਰ। ਇੱਥੇ ਵੀ ਕਹਿਣ ਦੇ ਕਿਸੇ ਨੂੰ ਨਹੀਂ ਪਤਾ ਤੇ ਜਾਣ ਲੱਗਿਆ ਵੇਖ ਕੇ ਜਾਇਓ, ਛੋਟਾ ਜਿਹਾ ਸ਼ਸਤਰ ਏਡਾ ਕੀ। ਭਾਈ ਸਾਹਿਬ ਦਾ ਪਿਆਰਾ ਵਤਨ ਕੇ ਫਿਰ ਦੋਨਾਂ ਨੇ ਕਟਾਰਾਂ ਲੈ ਲਈਆਂ ਆਪਣੇ ਹੱਥਾਂ 'ਚ। ਦੋਵਾਂ ਨੇ ਆਪਣੀਆਂ ਆਪਣੀਆਂ ਕਟਾਰਾਂ ਬੇਮਿਆਨ ਕਰ ਲਈਆਂ ਗਾਨਾ। ਇੱਕੋ ਵਾਰ ਉਧਰਲੇ ਪਾਸਿਓਂ ਬਾਬਾ ਨੌਧ ਸਿੰਘ ਜੀ ਨੇ ਆਪਣੀ ਕਟਾਰ ਅਮੀਰ ਜਹਾਂ ਖਾਂ ਦੇ ਪੇਟ 'ਚ ਧੱਸ ਦਿੱਤੀ ਤੇ ਉਧਰਲੇ ਪਾਸਿਓਂ ਦੀ ਕਟਾਰ ਬਾਬਾ ਜੀ ਦੇ ਪੇਟ 'ਚ ਆ ਕੇ ਵੱਜ ਗਈ, ਬਾਬਾ ਨੌਧ ਸਿੰਘ ਜੀ ਦੇ ਪੇਟ। ਦੋਵਾਂ ਪਾਸਿਓਂ ਤੋਂ ਇੱਕੇ ਵਾਰ ਗੁਰ ਸੰਗਤ ਦੀ ਇੱਕੋ ਵਾਰ ਦੋਵਾਂ ਪਾਸਿਆਂ ਤੋਂ ਕਟਾਰਾਂ ਜੜੀਆਂ ਸਨ ਉਹ ਗੁਰ ਸੰਗਤ ਦੀ ਆਪਣੇ ਦੂਜੇ ਦੇ ਪੇਟਾਂ ਵਿੱਚ ਮਾਰ ਦਿੱਤੀਆਂ ਗਈਆਂ ਗਾਨਾ। ਗੁਰ ਸੰਗਤ ਦੀ ਇਸ ਪ੍ਰਕਾਰ ਬਾਬਾ ਨੌਧ ਸਿੰਘ ਸਾਹਿਬ ਜੀ ਵੀ ਸ਼ਹੀਦ ਹੋ ਗਏ, ਦੁਸ਼ਮਣ ਦਾ ਬੰਦਾ ਨਲ ਵੀ ਮਾਰਿਆ ਗਏ। ਬਾਬਾ ਨੌਧ ਸਿੰਘ ਸਾਹਿਬ ਜੀ ਇੱਕ ਵੱਡਾ ਸ਼ਹੀਦ ਗਏ ਤੇ ਉਹ ਮਹਾਨ ਗੁਰਮੁਖ ਪਿਆਰਾ ਕੌਮ ਨੇ ਲੜਦਾ ਸ਼ਹੀਦ ਹੋ ਗਿਆ ਗਏ ਜੀ। ਹੁਣ ਭਾਈ ਸਾਹਿਬ ਦਾ ਪਿਆਰਾ ਵਤਨ ਕੇ ਬਾਬਾ ਨੌਧ ਸਿੰਘ ਸਾਹਿਬ ਜੀ ਸ਼ਹੀਦ ਹੋ ਗਏ। ਉਹਨਾਂ ਦੀ ਆਤਮਾ ਨੇ ਉਡਾਰੀ ਮਾਰੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਗੋਦ ਅੰਦਰ ਜਾ ਕੇ ਬਹਿ ਗਈ ਤੇ ਬਾਬਾ ਨੌਧ ਸਿੰਘ ਸਾਹਿਬ ਦੀ ਇਸ ਸਰੀਰ ਦੀ ਬਹੁਤ ਵੱਡੀ ਕਮਾਈ ਕਰਕੇ ਚਲੇ ਗਏ। ਸਭ ਤੋਂ ਵੱਡੀ ਕਮਾਈ ਗਏ ਆਪਣੇ ਗੁਰੂ ਤੇ ਗੁਰੂ ਘਰ ਵਾਸਤੇ ਕੁਰਬਾਨੀ ਦੇ ਦੇਣੀ। ਬਾਬਾ ਨੌਧ ਸਿੰਘ ਸਾਹਿਬ ਜੀ ਸ਼ਹੀਦ ਹੋ ਗਏ ਪਰ ਉਹਨੇ ਦੁਸ਼ਮਣ ਦੀ ਈਨ ਨਹੀਂ ਮੰਨੀ, ਨਾ ਆਪਣਾ ਇੱਕ ਪੈਰ ਪਛਾਂ ਘਟਾਇਆ। ਇਹਨੂੰ ਆਪਾਂ ਵੇਖੋ ਜੀ, ਗੋਲਵੜ ਤੋਂ ਲੜਦੇ ਧੱਕ ਕੇ ਲੈ ਗਏ ਜਿੱਥੇ ਬਾਬਾ ਨੌਧ ਸਿੰਘ ਦਾ ਸਮਾਧਾ ਬਣਿਆ, ਉੱਥੇ ਜਾ ਕੇ ਬਾਬਾ ਜੀ ਸ਼ਹੀਦ ਹੋਏ ਆ। ਇਸ ਤੋਂ ਅਗਲਾ ਪ੍ਰਸੰਗ ਜਿਹੜਾ ਅਸੀਂ ਕੱਲ ਸਰਵਣ ਕਰਾਂਗੇ। ਅਸੀਂ ਕੱਲ ਵੀ ਕਿਹਾ ਵੀ ਜਦੋਂ ਕਥਾ ਸ਼ੁਰੂ ਕੀਤੀ ਉਦੋਂ ਇਹ ਪੁਰਨਾ ਸੀ ਵੀ 2 ਦਿਨਾਂ 'ਚ ਪੂਰੀ ਹੋ ਜਾਣੀ, ਪਰ ਅੱਜ ਤੀਜਾ ਦਿਨ ਆ। ਮੈਨੂੰ ਲੱਗਦਾ ਹਲੇ ਕੱਲ ਦਾ ਵੀ ਲੱਗੇਗਾ ਤੇ ਪਰਸੋਂ ਦਾ ਵੀ ਲੱਗੇਗਾ। ਚਲੋ ਮਹਾਰਾਜ ਕਿਰਪਾ ਕਰਨ, ਆਪਣੇ ਦਰ ਘਰ ਦੀ ਸਿਫਤ ਆਪ ਵੀ ਕਰਾ ਲੈਣ। ਆਪਾਂ ਉਹਦੇ ਘਰ ਦੀਆਂ ਗੱਲਾਂ ਕਰਨੀਆਂ ਜਿੰਨਾ ਚਿਰ ਬਹਿਣਾ ਹੈ। ਇਹ ਅੱਜ ਆਪ ਦੀ ਨੇ ਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਕੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ। ਇਸ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਜਿਹੜਾ ਕਿ ਉਹ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਸਵਾਗਤ ਹੈ ਗੁਰੂ ਘਰ ਵੱਲੋਂ। ਜੀ ਆਇਆਂ ਨੂੰ। ਕਰੋ ਕਿਰਪਾ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।